ਮਹਾਰਾਜ ਜੀ ਇਸ ਧਰਤੀ ਦੇ ਵੱਖ-ਵੱਖ ਖੰਡਾਂ ਦੇ ਵਿੱਚ ਵਿਚਰਦਿਆਂ ਹੋਇਆਂ, ਭੁੱਲੀਆਂ ਹੋਇਆਂ ਨੂੰ, ਭਟਕੀਆਂ ਹੋਇਆਂ ਨੂੰ, ਕੁਰਾਹੇ ਪਿਆਂ ਹੋਇਆਂ ਨੂੰ ਸਤਿਗੁਰੂ ਮਹਾਰਾਜ ਜੀ ਗੁਰਮਤਿ ਦਾ ਉਪਦੇਸ਼ ਦੇ ਕੇ ਸਿੱਧੇ ਮਾਰਗ ਤੇ ਪਾਉਂਦੇ ਨੇ। ਤੇ ਜਿਨ੍ਹਾਂ ਨੂੰ ਮਹਾਰਾਜ ਜੀ ਨੇ ਜੀਵਨ ਦੀ ਜਾਂਚ ਸਿਖਾਈ, ਸਿੱਧੇ ਮਾਰਗ ਦੇ ਉੱਤੇ ਗੁਰੂ ਸਾਹਿਬ ਮਹਾਰਾਜ ਜੀ ਨੇ ਤੋਰਿਆ। ਜਿਸ ਮਾਰਗ ਤੇ ਤੁਰਿਆ ਸਾਡਾ ਇਹ ਮਨੁੱਖਾ ਜਨਮ ਸਫਲ ਹੋਣਾ ਹੈ, ਸਾਡੇ ਇਹ ਜੀਵਨ ਦੀ ਯਾਤਰਾ ਸਫਲ ਹੋਣੀ ਹੈ। ਸਰੀਰਕ ਤਲ ਤੇ ਅਸੀਂ ਯਾਤਰਾਵਾਂ ਬਹੁਤ ਕੀਤੀਆਂ, ਸਫਲ ਵੀ ਹੋਏ, ਪਰ ਆਤਮਿਕ ਤਲ ਤੇ ਸਾਡੀ ਇੱਕੋ ਹੀ ਯਾਤਰਾ ਹੈ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਬਾਹਰ ਦੀਆਂ ਅਸੀਂ ਹਜ਼ਾਰਾਂ ਯਾਤਰਾਵਾਂ ਕੀਤੀਆਂ ਹੋਣਗੀਆਂ, ਪਰ ਆਤਮਿਕ ਤਲ ਤੇ ਅਸੀਂ ਇੱਕੋ ਹੀ ਯਾਤਰਾ ਕਰਨੀ ਹੈ, ਪਰਮੇਸ਼ਵਰ ਦੇ ਮਿਲਾਪ ਦੀ। ਪਰ ਇਹ ਜੀਵਨ ਯਾਤਰਾ ਤਾਂ ਸਫਲ ਹੋਏਗੀ ਜੇ ਅਸੀਂ ਗੁਰਮਤਿ ਦੇ ਅਨੁਸਾਰ ਆਪਣਾ ਜੀਵਨ ਜੀਵਾਂਗੇ। ਗੁਰਮੁਖ ਬਣ ਕੇ ਜਨਮ ਸਫਲ ਹੋਣਾ ਹੈ, ਮਨਮੁਖ ਬਣ ਕੇ ਨਹੀਂ। ਉਸ ਮਾਰਗ ਤੇ ਤੁਰਿਆ ਮੁਕਾਮ ਤੇ ਪਹੁੰਚਿਆ ਜਾਣਾ, ਕੁਰਾਹੇ ਪਿਆ ਨਹੀਂ। ਇਸ ਲਈ ਜਿਨ੍ਹਾਂ ਨੂੰ ਮਹਾਰਾਜ ਨੇ ਸਿੱਧਾ ਮਾਰਗ ਦਿਖਾਇਆ, ਉਹਨਾਂ ਨੇ ਫਿਰ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਿਆਂ ਆਖਿਆ, ਭੂਲੇ ਮਾਰਗ ਜਿਨਹੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ। ਆਪਾਂ ਵੀ ਗੁਰੂ ਸਾਹਿਬ ਜੀ ਦੇ ਦਰ ਤੇ ਵਡਭਾਗੀ ਬਣਨ ਵਾਸਤੇ ਆਏ ਹਾਂ। ਗੁਰਮਤਿ ਅਨੁਸਾਰ ਅਸੀਂ ਉਸ ਰਾਹ ਉੱਤੇ ਤੁਰ ਪਈਏ ਜਿਹਦੇ ਨਾਲ ਸਾਡੀ ਜੀਵਨ ਯਾਤਰਾ ਸਫਲ ਹੋ ਜਾਏ। ਸਤਿਗੁਰੂ ਮਹਾਰਾਜ ਜੀ ਮਾਲਖੰਡ ਦੇ ਵਿੱਚ ਪਹੁੰਚੇ। ਇੱਥੋਂ ਦੇ ਰਾਜੇ ਦੇ ਪੁੱਤਰ ਨੂੰ ਸਤਿਗੁਰੂ ਜੀ ਨੇ ਇੱਥੋਂ ਦਾ ਰਾਜ ਭਾਗ ਸੰਭਾਲਿਆ ਔਰ ਨਾਲ ਨਾਲ ਉਪਦੇਸ਼ ਵੀ ਦਿੱਤਾ ਹੈ ਕਿ ਕਿਸ ਤਰ੍ਹਾਂ ਇਹ ਜੀਵਨ ਸਫਲਾ ਕਰਨਾ ਹੈ, ਆਪਣਾ ਵੀ ਭਲਾ ਕਰਨਾ ਹੈ ਤੇ ਦੂਸਰਿਆਂ ਦਾ ਵੀ। ਆਪ ਜਪੋ ਅਵਰਹ ਨਾਮ ਜਪਾਵੋ, ਆਪ ਵੀ ਜਪੋ, ਹੋਰਾਂ ਨੂੰ ਵੀ ਪਰਮੇਸ਼ਵਰ ਦੇ ਨਾਮ ਦੇ ਨਾਲ ਜੋੜੋ। ਸਤਿਗੁਰੂ ਮਹਾਰਾਜ ਜੀ ਇੱਥੇ ਨਾਮ, ਦਾਨ, ਇਸ਼ਨਾਨ ਇਹ ਦ੍ਰਿੜ ਕਰਵਾਉਂਦਿਆਂ ਹੋਇਆਂ ਉਪਦੇਸ਼ ਦੇ ਰਹੇ ਨੇ। ਅਗਲੇਰੇ ਪ੍ਰਸੰਗ ਦਾ ਜ਼ਿਕਰ ਕਵੀ ਸੰਤੋਖ ਸਿੰਘ ਜੀ ਕਰਦੇ ਨੇ, ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਕਿਤਕ ਦਿਵਸ ਰਹਿ ਕਰ ਤਹਾਂ ਪਲ ਉਪਦੇਸ਼ ਦਿੜਾਏ। ਗੁਰੂ ਮਹਾਰਾਜ ਜੀ ਨੇ ਕਈ ਦਿਨ ਫਿਰ ਇਸ ਇਲਾਕੇ ਵਿੱਚ ਰਹਿ ਕੇ ਗੁਰਮਤਿ ਦਾ ਉਪਦੇਸ਼ ਦੇ ਕੇ ਮਨਮਤ ਦਾ ਨਾਸ਼ ਕੀਤਾ ਹੈ। ਉਹ ਮਤ ਦਿੱਤੀ ਹੈ ਜਿਸ ਮਤ ਨੂੰ ਲੈ ਕੇ ਅਸੀਂ ਆਪਣੀ ਇਸ ਜੀਵਨ ਦੇ ਅੰਦਰ ਸੁੱਖ ਵੀ ਪਾ ਸਕਦੇ ਹਾਂ, ਅਸਲ ਖੁਸ਼ੀਆਂ ਵੀ ਪ੍ਰਾਪਤ ਕਰ ਸਕਦੇ ਹਾਂ। ਜਾਂ ਇਸ ਤਰ੍ਹਾਂ ਕਹਿ ਲਵਾਂ ਕਿ ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੇ ਜਾਂ ਐਸੇ ਬੁਝੀਆਂ ਰਾਖਾ ਏਕ ਹਮਾਰਾ ਸੁਆਮੀ, ਸਕਲ ਘਟਾਂਕਾ ਅੰਤਰ ਜਾਮੀ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤੰਤਾ। ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦੜਾਇਆ। ਗੁਰੂ ਸਾਹਿਬ ਜੀ ਨੇ ਉਪਦੇਸ਼ ਦ੍ਰਿੜ ਕਰਵਾਇਆ ਕਿ ਜੇ ਤੁਸੀਂ ਘਰ ਦੇ ਅੰਦਰ ਔਰ ਘਰ ਦੇ ਬਾਹਰ, ਆ ਸਰੀਰ ਇਹ ਸਾਡਾ ਜਿਹੜਾ ਇਹ ਸਰੀਰ ਹੈ, ਇਹ ਬਾਡੀ ਹੈ, ਇਹ ਘਰ ਹੈ, ਜੇ ਤੁਸੀਂ ਇਸ ਘਰ ਦੇ ਅੰਦਰ ਵੀ ਸੁੱਖ ਚਾਹੁੰਦੇ ਹੋ ਤੇ ਇਸ ਘਰ ਦੇ ਬਾਹਰ ਵੀ ਸੁੱਖ ਚਾਹੁੰਦੇ ਹੋ, ਮਨ ਔਰ ਤਨ ਕਰਕੇ ਜੇ ਸੁੱਖ ਤੁਸੀਂ ਚਾਹੁੰਦੇ ਹੋ, ਤਾਂ ਫਿਰ ਜੋ ਉਪਦੇਸ਼ ਤੁਹਾਨੂੰ ਦਿੱਤਾ ਹੈ ਉਹਦੇ ਤੇ ਅਮਲ ਕਰੀਏ, ਉਸ ਮੁਤਾਬਕ ਆਪਣਾ ਜੀਵਨ ਜੀਵੀਏ, ਫਿਰ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਕਿਉਂਕਿ ਦੁੱਖ ਸਾਡੇ ਜੀਵਨ ਦੇ ਅੰਦਰ ਤਾਂ ਹੀ ਆਏਗਾ ਜੇ ਅਸੀਂ ਮਨਮਤ ਦੇ ਰਾਹ ਉੱਤੇ ਤੁਰਾਂਗੇ, ਜੇ ਮਨ ਦੇ ਮਗਰ ਚੱਲ ਕੇ ਅਸੀਂ ਉਹ ਮਤ ਲਵਾਂਗੇ ਜਿਹਦੇ ਨਾਲ ਸਾਡੇ ਜੀਵਨ ਵਿੱਚ ਸੁੱਖ ਨਹੀਂ, ਦੁੱਖ ਹੀ ਦੁੱਖ ਆਉਂਦਾ ਹੈ। ਇੱਥੇ ਮਹਾਰਾਜ ਜੀ ਨੇ ਕੁਝ ਦਿਨ ਰਹਿ ਕੇ ਇਹ ਉਪਦੇਸ਼ ਦੇ ਕੇ ਇਹਨਾਂ ਨੂੰ ਸਮਝਾਇਆ ਹੈ। ਵਿਦਾ ਹੋਏ ਗਮਨੇ ਪ੍ਰਭੂ ਆਨ ਥਾਨ ਸਤ ਪਾਏ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਫਿਰ ਇਸ ਇਲਾਕੇ ਤੋਂ ਅੱਗੇ ਨੂੰ ਚਾਲੇ ਪਾਉਂਦੇ ਨੇ। ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਇਹ ਤਿੰਨ ਸਿਧਾਂਤ ਮਹਾਰਾਜ ਨੇ ਇੱਥੇ ਦਿੱਤੇ ਨੇ। ਫਿਰ ਸਤਿਗੁਰੂ ਜੀ ਅੱਗੇ ਨੂੰ ਚਾਲੇ ਪਾਉਂਦੇ ਹਨ। ਪਹੁੰਚੇ ਰਮਕ ਖੰਡ ਗੁਸਾਈ। ਸਤਿਗੁਰੂ ਜੀ ਮਾਲ ਖੰਡ ਤੋਂ ਚੱਲਦਿਆਂ ਹੋਇਆਂ ਅਗਲੇ ਖੰਡ ਤੱਕ ਪਹੁੰਚੇ ਨੇ, ਜਿਹਦਾ ਜ਼ਿਕਰ ਕਵੀ ਜੀ ਨੇ ਰਮਕ ਖੰਡ ਕੀਤਾ ਹੈ। ਇੱਥੇ ਸਤਿਗੁਰੂ ਮਹਾਰਾਜ ਜੀ ਪਹੁੰਚੇ ਹਨ। ਪੁਰ ਸਮੀਪ ਬੈ ਸੱਪੇ ਜਾਈ। ਸਤਿਗੁਰੂ ਮਹਾਰਾਜ ਜੀ ਜਦੋਂ ਇਸ ਰਮਕ ਖੰਡ ਦੇ ਇਲਾਕੇ ਦੇ ਵਿੱਚ ਆਏ ਨੇ, ਸਮੀਪ ਦਾ ਅਰਥ ਹੁੰਦਾ ਕੋਲ, ਇਸ ਇਲਾਕੇ ਦੇ ਕੋਲ ਜਾ ਕੇ ਇੱਕ ਸੁੰਦਰ ਥਾਂ ਜਗ੍ਹਾ ਵੇਖ ਕੇ ਸਾਹਿਬ ਜੀ ਬਿਰਾਜਮਾਨ ਹੋਏ ਹਨ। ਕੇਤਕ ਮਨੁਜ ਤਹਾਂ ਚਲ ਆਏ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਥੇ ਆ ਕੇ ਬਿਰਾਜਮਾਨ ਹੋਏ, ਨਾਲ ਸਾਥੀ ਗੁਰੂ ਸਾਹਿਬ ਜੀ ਦੇ ਆ ਕੇ ਇੱਥੇ ਬੈਠੇ ਨੇ, ਤੇ ਕੁਝ ਇਸ ਇਲਾਕੇ ਦੇ ਜਿਹੜੇ ਮਨੁਜ ਦਾ ਅਰਥ ਹੁੰਦਾ ਲੋਕ ਨੇ, ਇੱਥੋਂ ਦੇ ਵਾਸੀ, ਉਹਨਾਂ ਨੇ ਦੇਖਿਆ ਵੀ ਕੋਈ ਫਕੀਰ ਆਏ, ਕਿਉਂਕਿ ਪਹਿਰਾਵਾ ਉਸ ਤਰ੍ਹਾਂ ਦਾ ਹੈ। ਸਤਿਗੁਰੂ ਜੀ ਦੇ ਪਹਿਰਾਵੇ ਨੂੰ ਵੇਖ ਕੇ, ਭਾਈ ਮਰਦਾਨਾ ਜੀ ਦੇ ਹੱਥ ਦੇ ਵਿੱਚ ਪਗੜੀ ਰਬਾਬ ਵੇਖ ਕੇ, ਜਿਵੇਂ ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ, ਭਾਈ ਗੁਰਦਾਸ ਜੀ ਨੇ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ, ਜਦੋਂ ਇਹ ਰੂਪ ਵੇਖਿਆ ਤੇ ਇਹਨਾਂ ਲੋਕਾਂ ਨੂੰ ਇਸ ਤਰ੍ਹਾਂ ਲੱਗਾ ਵੀ ਕੋਈ ਫਕੀਰ ਆਇਆ ਸਾਡੇ ਇਲਾਕੇ ਵਿੱਚ, ਕੋਈ ਰੱਬ ਦਾ ਬੰਦਾ, ਕੋਈ ਰੱਬ ਦਾ ਪਿਆਰਾ ਸਾਡੇ ਇਲਾਕੇ ਵਿੱਚ ਆਇਆ। ਉਹ ਲੋਕ ਇਹ ਸੋਚ ਕੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਉਂਦੇ ਹਨ। ਜਾਨ ਸੰਤ ਨਿਜ ਸੀਸ ਝੁਕਾਏ। ਜਾਨ ਸੰਤ, ਸੰਤ ਦਾ ਅਰਥ ਕੀ ਇਹ ਕੋਈ ਬੰਦਗੀ ਵਾਲਾ, ਕੋਈ ਦਰਵੇਸ਼, ਕੋਈ ਫਕੀਰ, ਕੋਈ ਰੱਬ ਦਾ ਪਿਆਰਾ ਹੈ। ਇਹ ਸੋਚ ਕੇ ਇਹਨਾਂ ਲੋਕਾਂ ਨੇ ਆ ਕੇ ਸੀਸ ਗੁਰੂ ਨਾਨਕ ਸਾਹਿਬ ਜੀ ਅੱਗੇ ਝੁਕਾਇਆ ਹੈ। ਨਿਕਟ ਬਿਲੋਕ ਤਿਨਹਿ ਜਗਤੇਸਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਗਤ ਦੇ ਈਸ਼ਵਰ, ਜਗਤੇਸ਼ਾ, ਜਗਤ ਦੇ ਈਸ਼ਵਰ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹਨਾਂ ਨੂੰ ਵੇਖਿਆ ਵੀ ਕਿੰਨੀ ਭਾਵਨਾ ਨਾਲ, ਕਿੰਨੇ ਪਿਆਰ ਨਾਲ ਭੇਜ ਕੇ ਇਹਨਾਂ ਨੇ ਨਮਸਕਾਰ ਕੀਤੀ ਹੈ। ਦੇਤ ਪਏ ਸ੍ਰੇਸ਼ਟ ਉਪਦੇਸਾ। ਇਹਨਾਂ ਨੇ ਅੱਗੋਂ ਹੱਥ ਜੋੜ ਕੇ ਬੇਨਤੀ ਕੀਤੀ ਵੀ ਮਹਾਰਾਜ ਤੁਸੀਂ ਕੋਈ ਰੱਬ ਦੇ ਪਿਆਰੇ ਫਕੀਰ ਲੱਗਦੇ ਹੋ, ਇਸ ਲਈ ਸਾਨੂੰ ਕੋਈ ਉਪਦੇਸ਼ ਦਿਓ, ਸਾਨੂੰ ਕੋਈ ਮੱਤ ਦਿਓ। ਸਤਿਗੁਰੂ ਮਹਾਰਾਜ ਜੀ ਫਿਰ ਇਹਨਾਂ ਨੂੰ ਉਪਦੇਸ਼ ਜਿਹੜਾ ਉਹ ਦਿੰਦੇ ਹਨ। ਸਤਨਾਮ ਸਿਮਰੋ ਦਿਨ ਰਾਤੀ। ਹੁਣ ਧਿਆਨ ਰੱਖਿਓ, ਉਪਦੇਸ਼ ਕਈ ਤਰ੍ਹਾਂ ਦਾ ਹੁੰਦਾ ਹੈ, ਪਰ ਸ੍ਰੇਸ਼ਟ ਉਪਦੇਸ਼ ਉਹ ਹੈ ਜਿਹਦੇ ਵਿੱਚ ਅਸੀਂ ਨਿਰੰਕਾਰ ਦੇ ਨਾਲ ਜੁੜਨਾ ਹੈ, ਜਿਹਦੇ ਨਾਲ ਸੰਸਾਰ ਤੋਂ ਨਿਰੰਕਾਰ ਦੇ ਨਾਲ ਸਾਡੀ ਸਾਂਝ ਪੈਣੀ ਹੈ। ਇਸ ਲਈ ਮਹਾਰਾਜ ਨੇ ਉੱਤਮ ਉਪਦੇਸ਼ ਜਿਹੜਾ ਸੀ ਇਹਨਾਂ ਨੂੰ ਦੇਣਾ ਕੀਤਾ। ਸਭ ਕਹਿੰਦੇ ਸਤਨਾਮ ਸਿਮਰੋ ਦਿਨ ਰਾਤੀ, ਦਿਨ ਹੋਵੇ ਰਾਤ ਹੋਵੇ, ਭਾਵ ਜੋਬਨ ਹੋਵੇ ਤੇ ਭਾਵੇਂ ਬੜੇਪਾ ਹੋਵੇ, ਤੁਸੀਂ ਦਿਨ ਰਾਤ ਪਰਮੇਸ਼ਵਰ ਦੇ ਨਾਮ ਨੂੰ ਸਿਮਰਨਾ ਹੈ। ਸਿਮਰਨਾ ਦਾ ਅਰਥ ਹੁੰਦਾ ਚੇਤੇ ਕਰਨਾ। ਦਿਨ ਰਾਤ ਤੁਹਾਨੂੰ ਪਰਮੇਸ਼ਵਰ ਚੇਤੇ ਰਵੇ, ਹਰ ਪਲ ਤੁਹਾਡੇ ਅੰਦਰ ਪਰਮੇਸ਼ਵਰ ਦੀ ਯਾਦ ਬਣੀ ਰਵੇ। ਸਾਹਿਬ ਜੀ ਨੇ ਆਖਿਆ ਦਿਨ ਰਾਤ ਉਹਦੇ ਨਾਮ ਦਾ ਸਿਮਰਨ ਕਰਿਆ ਕਰੋ। ਸੰਤ ਸੇਵ ਕਰ ਪ੍ਰੀਤ ਸੁਹਾਤੀ। ਦੋ ਗੱਲਾਂ ਮਹਾਰਾਜ ਨੇ ਆਖੀਆਂ ਵੀ, ਇੱਕ ਸਿਮਰਨ ਤੇ ਦੂਜਾ ਆਖਿਆ ਸੇਵਾ। ਤਨ ਦੇ ਨਾਲ ਅਸੀਂ ਸੇਵਾ ਨਿਭਾਉਣੀ ਹੈ ਔਰ ਮਨ ਦੇ ਨਾਲ ਅਸੀਂ ਸਿਮਰਨ ਕਰਨਾ ਹੈ।
ਪਰ ਦੋਵੇਂ ਚੀਜ਼ਾਂ ਦੇ ਵਿੱਚ ਕੀ ਹੋਣਾ ਚਾਹੀਦਾ? ਕਹਿੰਦੇ ਪ੍ਰੇਮ ਹੋਣਾ ਚਾਹੀਦਾ ਹੈ। ਜੇ ਸੇਵਾ ਕਰ ਰਹੇ ਹਾਂ ਤੇ ਇਹ ਨਹੀਂ ਕਿ ਮੱਥੇ ਤੇ ਵੱਟ ਪਿਆ ਹੋਵੇ, ਸੇਵਾ ਕਰਦਿਆਂ ਇਹ ਨਹੀਂ ਕਿ ਅੰਦਰੋਂ ਖਿਜਿਆ ਪਿਆ ਹੋਵੇ, ਕ੍ਰੋਧ ਵਿੱਚ ਹੋਵੇ, ਸੇਵਾ ਕਰਦਿਆਂ ਇਹ ਨਹੀਂ ਕਿ ਮਨ ਵਿੱਚ ਈਰਖਾ ਰੱਖ ਕੇ ਸੇਵਾ ਕਰਦਾ ਹੋਵੇ, ਕਿਉਂਕਿ ਸੇਵਾ ਜਿਹੜਾ ਮਨ 'ਚ ਈਰਖਾ ਰੱਖਦਾ ਹੈ ਜਾਂ ਅੰਦਰੋਂ ਖਿਜਿਆ ਪਿਆ ਹੈ, ਕ੍ਰੋਧ ਵਿੱਚ ਹੈ, ਹੰਕਾਰ ਵਿੱਚ ਹੈ, ਉਹ ਸੇਵਾ ਨਿਭਾਈ ਨਹੀਂ ਸਕਦਾ। ਸੇਵਾ ਨਿਭਾਉਣੀ ਹੈ ਅਸੀਂ ਪ੍ਰੇਮ ਦੇ ਵਿੱਚ, ਪਿਆਰ ਦੇ ਵਿੱਚ। ਤੇ ਸਿਮਰਨ ਵੀ ਅਸੀਂ ਜਦੋਂ ਕਰਨਾ ਹੈ, ਸਭ ਕਹਿੰਦੇ ਤੇਰੇ ਅੰਦਰ ਪਿਆਰ ਦੀ ਭਾਵਨਾ ਹੋਵੇ। ਜੇ ਤੂੰ ਸੇਵਾ ਵੀ ਪ੍ਰੇਮ ਵਿੱਚ ਭਿੱਜ ਕੇ ਕਰੇਗਾ ਤੇ ਸਿਮਰਨ ਵੀ ਪ੍ਰੇਮ ਵਿੱਚ ਭਿੱਜ ਕੇ ਕਰੇਗਾ, ਤੇਰੇ ਸਿਮਰਨ ਕੀਤੇ ਦਾ ਵੀ ਫਲ ਤੈਨੂੰ ਮਿਲੇਗਾ ਔਰ ਤੇਰੀ ਸੇਵਾ ਦਾ ਵੀ ਫਲ ਤੈਨੂੰ ਮਿਲੇਗਾ। ਪਰ ਸ਼ਰਤ ਇਹ ਹੈ ਕਿ ਉਹ ਸੇਵਾ ਔਰ ਸਿਮਰਨ ਵਿੱਚ ਪ੍ਰੇਮ ਹੋਣਾ ਚਾਹੀਦਾ ਹੈ, ਉਹਦੀ ਭਾਵਨਾ ਅੰਦਰ ਹੋਣੀ ਚਾਹੀਦੀ ਹੈ। ਅਸੀਂ ਭਾਵੇਂ ਬਾਣੀ ਨੂੰ ਪੜ੍ਹੀਏ, ਭਾਵੇਂ ਗਾਵੀਏ ਤੇ ਭਾਵੇਂ ਸੁਣੀਏ, ਮਹਾਰਾਜ ਕਹਿੰਦੇ ਗਾਵਿਆ ਸੁਣਿਆ ਤੇ ਤਾਂ ਪ੍ਰਵਾਨ ਹੋਣਾ ਜੇ ਅੰਦਰ ਭਾਵ ਰੱਖੇਗਾ। ਜੇ ਅੰਦਰ ਭਾਵ ਹੀ ਨਹੀਂ, ਭਾਵਨਾ ਹੀ ਨਹੀਂ, ਪ੍ਰੇਮ ਵਾਲੀ ਭਾਵਨਾ ਹੀ ਨਹੀਂ ਹੈ, ਤੇ ਫਿਰ ਭਾਵੇਂ ਸਾਰੀ ਦਿਹਾੜੀ ਗਾਈ ਜਾਈਏ, ਸੁਣੀ ਜਾਈਏ, ਫਿਰ ਅਸੀਂ ਕਹਾਂਗੇ ਸਾਨੂੰ ਮਿਲਿਆ ਕੁਛ ਨਹੀਂ। ਅਸੀਂ ਗਾਇਆ ਬਹੁਤ, ਸੁਣਿਆ ਬਹੁਤ, ਪਰ ਇਹਦਾ ਅਸਰ ਕੋਈ ਨਹੀਂ ਹੋਇਆ। ਮਹਾਰਾਜ ਕਹਿੰਦੇ ਹੋਏਗਾ ਕਿਵੇਂ? ਭਾਵ ਤਾਂ ਰੱਖਿਆ ਹੀ ਨਹੀਂ ਵਿੱਚ। ਗਾਵੀਆ ਸੁਣੀਏ, ਮਨ ਰੱਖੀਏ ਭਾਵ। ਜਦੋਂ ਤੁਸੀਂ ਮਨ ਵਿੱਚ ਭਾਵ ਦਾ ਅਰਥ ਹੁੰਦਾ ਭਾਵਨਾ ਪ੍ਰੇਮ ਵਾਲੀ, ਈਰਖਾ ਵਾਲੀ ਨਹੀਂ। ਗਾ ਰਹੇ ਹਾਂ, ਸੁਣ ਰਹੇ ਹਾਂ ਤੇ ਭਾਵਨਾ ਅੰਦਰ ਈਰਖਾ ਦੀ ਰੱਖੀ ਬੈਠੇ ਹਾਂ, ਫਿਰ ਗੱਲ ਨਹੀਂ ਬਣਨੀ। ਇਸ ਲਈ ਅੰਦਰ ਪ੍ਰੇਮ ਦੀ ਭਾਵਨਾ ਰੱਖਾਂਗੇ। ਗਾਵੀਆ ਸੁਣੀਏ, ਮਨ ਰੱਖੀਏ ਭਾਵ। ਸਭ ਕਹਿੰਦੇ ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਫਿਰ ਦੁੱਖ ਤੇਰੀ ਜ਼ਿੰਦਗੀ ਚੋਂ ਪਰੇ ਹੋ ਜਾਏਗਾ ਤੇ ਸੁੱਖ ਆਪਣੇ ਘਰ ਚ ਲੈ ਜਾਏਗਾ। ਪਰ ਅੰਦਰ ਭਾਵਨਾ ਪ੍ਰੇਮ ਵਾਲੀ ਚਾਹੀਦੀ ਹੈ। ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਸੇਵਾ ਅਸੀਂ ਥੋੜੀ ਕਰੀਏ, ਬਹੁਤੀ ਕਰੀਏ, ਪਰ ਮਹਾਰਾਜ ਨੇ ਆਖਿਆ ਚਿੱਤ ਲਾਏ। ਚਿੱਤ ਲਾ ਕੇ ਸੇਵਾ ਕਰ, ਤੇਰੀ ਸੇਵਾ 20 ਥਾਂ ਪੈ ਜਾਏਗੀ। ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਮਨ ਚਿੰਦਿਆਂ ਫਲ ਪਾਵਣਾ ਹੋਮੈ ਵਿੱਚੋਂ। ਸਤਿਗੁਰੂ ਕੀ ਸੇਵਾ ਸਫਲ ਹੈ, ਇਹ ਅਸਫਲ ਨਹੀਂ। ਅਸਫਲ ਤਾਂ ਲੱਗਦੀ ਹੈ ਜੇ ਅੰਦਰ ਚਿੱਤ ਨਾ ਜੁੜਿਆ ਹੋਵੇ, ਅੰਦਰ ਭਾਵਨਾ ਨਾ ਹੋਵੇ। ਤੇ ਬੰਦਾ ਕਹਿੰਦਾ ਮੈਂ ਤੇ ਸੇਵਾ ਹੀ ਬੜੀ ਕਰਦਾ, ਮੈਂ ਤੇ ਸਿਮਰਨ ਹੀ ਬੜਾ ਕਰਦਾ। ਠੀਕ ਹੈ, ਮੁਬਾਰਕ ਹੈ, ਕਰਦੇ ਹੋਵਾਂਗੇ, ਪਰ ਅੰਦਰ ਭਾਵ ਤੇ ਅੰਦਰ ਚਿੱਤ ਵਾਲੀ ਅਵਸਥਾ ਨਹੀਂ। ਜੇ ਚਿੱਤ ਵਾਲੀ ਤੇ ਭਾਵ ਵਾਲੀ ਅਵਸਥਾ ਹੋਵੇ ਤੇ ਅਸੀਂ ਕਹਾਂਗੇ ਹੀ ਨਹੀਂ ਕਿ ਮੈਂ ਸੇਵਾ ਬੜੀ ਕੀਤੀ, ਮੈਂ ਸਿਮਰਨ ਬੜਾ ਕੀਤਾ। ਨਹੀਂ, ਉੱਥੇ ਇਹ ਬੋਲ ਸਾਡੇ ਮੁਖ ਤੋਂ ਨਿਕਲਣਗੇ ਹੀ ਨਹੀਂ। ਇਸ ਲਈ ਮਹਾਰਾਜ ਨੇ ਆਖਿਆ ਦਿਨ ਰਾਤ ਉਹਨੂੰ ਚੇਤੇ ਕਰੋ ਔਰ ਸੇਵਾ ਕਰੋ ਗੁਰੂ ਕੇ ਪਿਆਰਿਆਂ ਦੀ, ਰੱਬ ਦੇ ਪਿਆਰਿਆਂ ਦੀ ਸੇਵਾ ਵਿੱਚ ਜੁੜੋ। ਪਰ ਜੁੜਨ ਦਾ ਤਰੀਕਾ ਕੀ ਹੈ? ਪ੍ਰੀਤ ਸੁਹਾਤੀ, ਪ੍ਰੇਮ ਦੇ ਨਾਲ, ਪ੍ਰੇਮ ਵਿੱਚ ਭਿੱਜਿਆ ਹੀ। ਕਿਉਂਕਿ ਪਰਮੇਸ਼ਵਰ ਦੇ ਦਰ ਤੋਂ, ਉਹਦੇ ਘਰ ਤੋਂ ਬਖਸ਼ਿਸ਼ਾਂ ਹੰਕਾਰ ਵਾਲਿਆਂ ਨੂੰ ਨਹੀਂ, ਪਿਆਰ ਵਾਲਿਆਂ ਨੂੰ ਮਿਲਦੀਆਂ ਨੇ। ਸੱਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਸ ਲਈ ਸਭ ਕਹਿੰਦੇ ਸੇਵਾ ਔਰ ਸਿਮਰਨ ਵਿੱਚ ਪ੍ਰੇਮ ਦੀ ਭਾਵਨਾ ਰੱਖ ਕੇ ਜੁੜਿਆ ਕਰੋ। ਕੂਕਰ ਦ੍ਰਿਸ਼ਟ ਨਾ ਕਬ ਮਨ ਧਰਨੀ। ਇੱਕ ਗੱਲ ਮਹਾਰਾਜ ਨੇ ਹੋਰ ਆਖੀ, ਇਹਨੂੰ ਥੋੜਾ ਧਿਆਨ ਲਾ ਕੇ ਸਮਝਿਓ। ਸਭ ਜੀ ਕਹਿੰਦੇ ਕੂਕਰ ਦ੍ਰਿਸ਼ਟੀ ਵਾਲੀ ਮਨ ਵਿੱਚ ਭਾਵਨਾ ਨਹੀਂ ਰੱਖਣੀ। ਕੂਕਰ ਦਾ ਅਰਥ ਤੁਸੀਂ ਸਮਝਦੇ ਹੋ, ਜਿਹਨੂੰ ਅਸੀਂ ਕੁੱਤਾ ਕਹਿ ਦਿੰਦੇ ਹਾਂ। ਕਹਿਣ ਲੱਗੇ ਇਹ ਕੂਕਰ ਵਾਲੀ ਦ੍ਰਿਸ਼ਟੀ ਜਿਹੜੀ ਆ ਆਪਣੇ ਮਨ ਦੇ ਵਿੱਚ ਨਹੀਂ ਰੱਖਣੀ ਹੈ। ਸ਼ੇਰ ਦ੍ਰਿਸ਼ਟ ਗੁਰਮੁਖ ਵੈ ਕਰਨੀ। ਸਭ ਕਹਿੰਦੇ ਜਿਹੜੀ ਸ਼ੇਰ ਹੈ ਨਾ, ਜਿਹੜਾ ਉਹਦੀ ਦ੍ਰਿਸ਼ਟੀ, ਉਹਦੀ ਭਾਵਨਾ ਮਨ ਵਿੱਚ ਐਸੀ ਦ੍ਰਿਸ਼ਟੀ ਰੱਖਣੀ ਜਿਵੇਂ ਸ਼ੇਰ ਦੀ ਹੁੰਦੀ ਹੈ। ਕੂਕਰ ਵਾਲੀ ਦ੍ਰਿਸ਼ਟੀ ਨਹੀਂ ਆਪਣੇ ਅੰਦਰ ਰੱਖਣੀ ਹੈ। ਸਭ ਕਹਿੰਦੇ ਜਿਹੜਾ ਕੂਕਰ ਦ੍ਰਿਸ਼ਟੀ ਦਾ ਹੁੰਦਾ ਉਹ ਹੁੰਦਾ ਮਨਮੁਖ, ਤੇ ਜਿਹੜਾ ਸ਼ੇਰ ਦ੍ਰਿਸ਼ਟੀ ਦਾ ਹੁੰਦਾ ਉਹ ਹੁੰਦਾ ਗੁਰਮੁਖ। ਹੁਣ ਇਹਦਾ ਖੁਲਾਸਾ ਮਹਾਰਾਜ ਨੇ ਅੱਗੇ ਜਾ ਕੇ ਕਰਨਾ ਹੈ ਕਿ ਇਹ ਦੋਵੇਂ ਜਿਹੜੀਆਂ ਨੇ ਅਵਸਥਾਵਾਂ ਕੀ ਨੇ, ਇਹਦਾ ਅੱਗੇ ਜਾ ਕੇ ਗੁਰੂ ਸਾਹਿਬ ਨੇ ਖੁਲਾਸਾ ਕਰਨਾ। ਪਰ ਇਹ ਗੱਲ ਇੱਥੇ ਸਮਝ ਕੇ ਚੱਲੀਏ, ਇਹ ਮਨਮੁਖ ਦੀ ਦ੍ਰਿਸ਼ਟੀ ਕੂਕਰ ਵਾਲੀ ਹੈ ਤੇ ਗੁਰਮੁਖ ਦੀ ਦ੍ਰਿਸ਼ਟੀ ਜਿਹੜੀ ਆ ਉਹ ਸ਼ੇਰ ਵਾਲੀ ਹੈ। ਹਰਖ ਸੋਗ ਦੁੱਖ ਸੁਖ ਮਹਿ ਤਿਆਗੋ। ਸਤ ਇੱਕ ਗੱਲ ਨੂੰ ਨੋਟ ਕਰਦੇ ਚੱਲਿਓ। ਪਹਿਲੀ ਗੱਲ ਸਾਹਿਬ ਜੀ ਨੇ ਆਖਿਆ ਸੀ ਸਤਨਾਮ ਸਿਮਰੋ ਦਿਨ ਰਾਤੀ। ਫਿਰ ਦੂਸਰੀ ਗੱਲ ਮਹਾਰਾਜ ਨੇ ਆਖਿਆ ਸੰਤ ਸੇਵ ਕਰ ਪ੍ਰੀਤ ਸੁਹਾਤੀ। ਫਿਰ ਤੀਸਰੀ ਗੱਲ ਮਹਾਰਾਜ ਨੇ ਆਖਿਆ ਵੀ ਕੂਕਰ ਦ੍ਰਿਸ਼ਟ ਨਾ ਕਬ ਮਨ ਧਰਨੀ। ਕਦੇ ਵੀ ਮਨ ਵਿੱਚ ਕੂਕਰ ਦ੍ਰਿਸ਼ਟੀ ਨਹੀਂ ਧਰਨੀ। ਸ਼ੇਰ ਦ੍ਰਿਸ਼ਟ ਗੁਰਮੁਖ ਹਵੈ ਕਰਨੀ, ਸ਼ੇਰ ਵਾਲੀ ਦ੍ਰਿਸ਼ਟੀ ਬਣਾ ਕੇ ਗੁਰਮੁਖਾਂ ਵਾਲਾ ਜੀਵਨ ਬਣਾਉਣਾ। ਤੇ ਅਗਲੀ ਗੱਲ ਮਹਾਰਾਜ ਕਹਿੰਦੇ ਹਰਖ ਸੋਗ ਦੁੱਖ ਸੁੱਖ ਮੈਂ ਤਿਆਗੋ। ਇਹਨੂੰ ਤਿਆਗ ਦਿਓ ਤੁਸੀਂ। ਹਰਖ ਸ਼ੋਕ, ਖੁਸ਼ੀ ਤੇ ਗਮ, ਦੁੱਖ ਤੇ ਸੁੱਖ, ਇਹਨੂੰ ਤਿਆਗ ਕੇ ਇਹਦੇ ਤੋਂ ਨਿਰਲੇਪ ਹੋਣਾ ਹੈ। ਸਾਡੀ ਜ਼ਿੰਦਗੀ ਇਸੇ ਜੰਜਾਲ ਦੇ ਵਿੱਚ ਫਸੀ ਹੋਈ ਹੈ। ਕਦੇ ਹੱਸਣਾ ਹੈ, ਕਦੇ ਰੋਣਾ ਹੈ, ਕਦੇ ਦੁੱਖ ਤੇ ਕਦੇ ਸੁੱਖ। ਕਦੇ ਅਸੀਂ ਸੁੱਖ ਭੋਗਦੇ ਹਾਂ, ਕਦੇ ਦੁੱਖ ਭੋਗਦੇ ਹਾਂ, ਕਦੇ ਰੋਣ ਲੱਗਦੇ ਹਾਂ, ਕਦੇ ਹੱਸਣ ਲੱਗ ਜਾਂਦੇ ਹਾਂ। ਜੇ ਕੋਈ ਐਸੀ ਖਬਰ ਆਈ, ਦੁਖਦਾਈ ਖਬਰ ਆਈ ਤੇ ਰੋਣ ਲੱਗ ਪਏ, ਸੁਖਦਾਈ ਖਬਰ ਆਈ ਤੇ ਹੱਸਣ ਲੱਗ ਪਏ। ਸਭ ਕਹਿੰਦੇ ਨਹੀਂ, ਤੁਸੀਂ ਇਹਨਾਂ ਨੂੰ ਤਿਆਗ ਕੇ ਨਿਰਲੇਪ ਹੋ ਕੇ ਜੀਵਣਾ ਹੈ। ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਿਆ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਸੁਖ ਸਨੇਹ ਅਰ ਭੈ ਨਹੀਂ ਜਾਂਕੈ ਕੰਚਨ ਮਾਟੀ ਮੰਨੇ। ਇਹ ਮਨ ਦੀ ਅਵਸਥਾ ਨੂੰ ਬਣਾ ਕੇ ਜਿਉਣਾ ਹੈ, ਇਹਦੇ ਤੋਂ ਨਿਰਲੇਪ ਹੋ ਕੇ ਜਿਉਣਾ ਹੈ। ਇਸ ਲਈ ਹਰਖ ਸੋਗ ਦੁੱਖ ਸੁੱਖ ਮੈਂ ਤਿਆਗੋ, ਇਹਨੂੰ ਤਿਆਗ ਕੇ ਤੁਸੀਂ ਇੱਕ ਅਵਸਥਾ ਦੇ ਵਿੱਚ, ਇੱਕ ਰਸ ਵਿੱਚ ਜੀਵਣਾ ਹੈ। ਕਰੋ ਭਗਤ ਨਿਸਪਾਸਲ ਜਾਗੋ। ਸਾਹਿਬ ਜੀ ਕਹਿੰਦੇ ਭਗਤੀ ਕਰੋ, ਪਰਮੇਸ਼ਵਰ ਦੇ ਨਾਮ ਦੀ ਬੰਦਗੀ ਕਰੋ। ਤੇ ਇਹ ਜਿਹੜੀ ਭਗਤੀ ਜਾਂ ਬੰਦਗੀ ਹੈ ਨਾ, ਇਹ ਕੇਵਲ ਮਹਾਰਾਜ ਨੇ ਇੱਕ ਪੱਖ ਰੱਖ ਕੇ ਨਹੀਂ ਆਖਿਆ। ਇਹ ਪੂਰੀ ਦੁਨੀਆ ਵਿੱਚ ਜਿੱਥੇ ਜਿੱਥੇ ਕੋਈ ਮਨੁੱਖ ਦੇ ਤਲ ਤੇ ਵਸਦਾ ਹੈ, ਹਰ ਇੱਕ ਮਨੁੱਖ ਨੂੰ ਸਾਂਝੇ ਤੌਰ ਤੇ ਗੁਰੂ ਸਾਹਿਬ ਨੇ, ਇੱਥੇ ਕਿਸੇ ਦਾ ਨਾਂ ਨਹੀਂ ਲਿਆ। ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾ। ਹੁਣ ਬੰਦਾ ਇੱਥੇ ਆਖਿਆ, ਪਰ ਬੰਦੇ ਦਾ ਨਾਮ ਨਹੀਂ ਲਿਆ। ਬੰਦੇ ਦੀ ਜਾਤ, ਬੰਦੇ ਦੀ ਕੋਈ ਵੀ ਬਰਾਦਰੀ, ਕੋਈ ਮੁਲਕ, ਸ਼ਹਿਰ ਦਾ ਨਾਮ ਨਹੀਂ ਲਿਆ। ਇਸ ਲਈ ਮਹਾਰਾਜ ਨੇ ਹਰ ਇੱਕ ਬੰਦੇ ਨੂੰ ਕਿਹਾ। ਜਿਹੜਾ ਵੀ ਇਸ ਧਰਤੀ ਤੇ ਮਨੁੱਖ ਇਸ ਸੰਸਾਰ ਦੇ ਵਿੱਚ ਆਇਆ, ਹਰ ਇੱਕ ਨੂੰ ਮਹਾਰਾਜ ਕਹਿੰਦੇ ਆ ਬੰਦਿਆ ਤੂੰ ਬੰਦਗੀ ਕਰਨ ਵਾਸਤੇ ਆਇਆ। ਇਹ ਵੰਡੀਆਂ ਤੇ ਅਸੀਂ ਪਾ ਕੇ ਬੈਠੇ ਆ। ਇਨਸਾਨ ਨਾਲ ਨਫ਼ਰਤ ਕਰਕੇ ਬੈਠਾ ਹੈ, ਪਰ ਗੁਰੂ ਸਾਹਿਬ ਜੀ ਨੇ ਨਫ਼ਰਤ ਦੀ ਭਾਵਨਾ ਨਾਲ ਨਹੀਂ ਸਮਝਾਇਆ, ਵੰਡੀਆਂ ਪਾ ਕੇ ਨਹੀਂ। ਹਰ ਇੱਕ ਨੂੰ ਮਨੁੱਖਾ ਜਾਤੀ ਦੇ ਵਿੱਚ ਸਮਝਾਇਆ ਕਿ ਸਾਰਿਆਂ ਦਾ ਪਰਮ ਪਿਤਾ ਪਰਮਾਤਮਾ ਇੱਕੋ ਹੀ ਹੈ। ਏਕ ਪਿਤਾ ਏਕ ਸਕੇ ਹਮ ਮਾਰਗ। ਇਸ ਭਾਵਨਾ ਨਾਲ ਸਮਝਾਇਆ ਕਰ ਬੰਦੇ ਤੂੰ ਬੰਦਗੀ ਕਰਿਆ ਕਰ। ਕਦੋਂ ਤੱਕ? ਜਿਚਰ ਘਟ ਮੈਂ ਸਾਹ, ਜਦੋਂ ਤੱਕ ਤੇਰੇ ਅੰਦਰ ਸਾਹ ਚੱਲਦਾ ਹੈ ਤੂੰ ਉਹਦੀ ਬੰਦਗੀ ਕਰਿਆ ਕਰ, ਭਗਤੀ ਕਰਿਆ ਕਰ। ਹੁਣ ਸ਼ੁਰੂਆਤ ਕਿੱਥੋਂ ਕਰਨੀ ਹੈ? ਜਿਹੜਾ ਅਸੀਂ ਪਰਮੇਸ਼ਵਰ ਦੇ ਨਾਮ ਦੀ ਬੰਦਗੀ, ਉਹਦੀ ਭਗਤੀ ਕਰਨੀ ਆ, ਉਹਦੀ ਸ਼ੁਰੂਆਤ ਕਿੱਥੋਂ ਹੈ? ਸਾਹਿਬ ਜੀ ਕਹਿੰਦੇ ਪਾਛਲ ਜਾਗੋ। ਜਿਹੜਾ ਰਾਤ ਦਾ ਇਹ ਪਿਛਲਾ ਪਹਿਰ ਹੈ ਨਾ, ਭਾਵ ਜਿਹਨੂੰ ਅੰਮ੍ਰਿਤ ਵੇਲਾ ਆਪਾਂ ਕਹਿੰਦੇ ਆ, ਉਸ ਵੇਲੇ ਜਾਗੋ ਤੇ ਜਾਗ ਕੇ ਉਹਦੀ ਬੰਦਗੀ ਵਿੱਚ ਜੁੜਿਆ ਕਰੋ। ਅੰਮ੍ਰਿਤ ਵੇਲਾ ਇੱਥੇ ਥੋੜਾ ਸਮਝ ਕੇ ਚੱਲਣਾ। ਸਾਡੀ ਦਿਨ ਦੀ ਸ਼ੁਰੂਆਤ ਸੂਰਜ ਨਿਕਲਣ ਤੋਂ ਬਾਅਦ ਨਹੀਂ ਹੁੰਦੀ। ਸਾਡੇ ਦਿਨ ਦੀ ਸ਼ੁਰੂਆਤ ਹੁੰਦੀ ਆ ਸੂਰਜ ਨਿਕਲਣ ਤੋਂ ਪਹਿਲਾਂ, ਜਿਹਨੂੰ ਅਸੀਂ ਅੰਮ੍ਰਿਤ ਵੇਲੇ ਦਾ ਸਮਾਂ ਕਹਿੰਦੇ ਆ। ਸਾਹਿਬ ਜੀ ਨੇ ਪ੍ਰਭਾਤ ਵੇਲੇ ਦਾ ਸਮਾਂ ਵੀ ਜਿਹੜਾ ਬਾਣੀ ਵਿੱਚ ਜ਼ਿਕਰ ਕੀਤਾ ਹੈ। ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਆਖਿਆ ਵੀ ਜੇ ਤੂੰ ਸਿੱਖ ਆਪਣੇ ਆਪ ਨੂੰ ਅਖਾਉਂਦਾ ਹੈ ਤੇ ਸਿੱਖ ਦਾ ਜਿਹੜੀ ਉਹਦੀ ਜੀਵਨ ਦੀ ਸ਼ੁਰੂਆਤ ਹੈ ਉਹ ਸੂਰਜ ਨਿਕਲਣ ਤੋਂ ਬਾਅਦ ਨਹੀਂ, ਸੂਰਜ ਨਿਕਲਣ ਤੋਂ ਪਹਿਲਾਂ ਦੀ ਹੈ। ਗੁਰੂ ਸਤਿਗੁਰੂ ਕਾ
ਜੋ ਸਿੱਖ ਅਖਾਏ ਸੋ ਭਲਕੈ ਉੱਠ। ਉਹ ਭਲਕੇ ਉੱਠਣ ਵਾਲਾ ਹੋਵੇ। ਇਹ ਨਹੀਂ ਕਿ ਸੂਰਜ ਸਿਖਰਾਂ ਤੇ ਚੜਿਆ ਤੇ ਉੱਠ ਕੇ ਕਵੇ ਵੀ ਸਤਿਗੁਰੂ ਮੈਂ ਤੁਹਾਡਾ ਸਿੱਖ ਹਾਂ। ਮਹਾਰਾਜ ਕਹਿੰਦੇ ਨਹੀਂ, ਸਿੱਖ ਜਿਹੜਾ ਉਹ ਰਹਿਤਵਾਨ ਹੋਣਾ ਚਾਹੀਦਾ ਤੇ ਉਹਦੀ ਰਹਿਤ ਦੀ ਪਹਿਲੀ ਸ਼ੁਰੂਆਤ ਹੀ ਅੰਮ੍ਰਿਤ ਵੇਲੇ ਤੋਂ ਹੈ। ਸਤਿਗੁਰੂ ਜੀ ਨੇ ਆਖਿਆ, ਗੁਰੂ ਸਤਿਗੁਰੂ ਕਾ ਜੋ ਸਿੱਖ ਅਖਾਏ ਸੋ ਭਲਕੈ ਉੱਠ, ਹਰ ਨਾਮ ਤੇ ਆਵੇ। ਉਹ ਉੱਠਦਿਆਂ ਪਹਿਲਾਂ ਪਰਮੇਸ਼ਵਰ ਨੂੰ ਚੇਤੇ ਕਰੇ। ਗੁਰੂ ਨਾਨਕ ਸਾਹਿਬ ਜੀ ਦੀ ਜਪਜੀ ਸਾਹਿਬ ਦੀ ਬਾਣੀ ਵਿੱਚੋਂ ਬੜੀ ਵਾਰ ਆਪ ਜੀ ਨਾਲ ਸਾਂਝ ਪਾਈ ਕਿ ਮਹਾਰਾਜ ਜੀ ਭੇਟਾ ਤੇ ਅਸੀਂ ਆਪਣੇ ਵੱਲੋਂ ਜੋ ਸੀ ਅਸੀਂ ਰੱਖ ਦਿੱਤੀ, ਜਿੰਨੀ ਸਮਰੱਥਾ ਸੀ ਅਸੀਂ ਤੁਹਾਡੇ ਅੱਗੇ ਸਭ ਕੁਝ ਭੇਟ ਕਰ ਦਿੱਤਾ। ਪਰ ਮਹਾਰਾਜ ਕਹਿੰਦੇ ਇਹ ਤਾਂ ਮਾਇਆਵੀ ਪਦਾਰਥਾਂ ਚੋਂ ਭੇਟ ਕੀਤਾ ਹੈ। ਤਾਂ ਜੋ ਤੂੰ ਭੇਟਾ ਅੱਗੇ ਰੱਖੀ ਆ ਇਹ ਤੇ ਮਾਇਆਵੀ ਪਦਾਰਥਾਂ ਚੋਂ ਭੇਟਾ ਰੱਖੀ ਆ, ਪਰ ਮੈਨੂੰ ਤੇ ਤੇਰੀ ਅਸਲ ਭੇਟ ਚਾਹੀਦੀ ਆ, ਉਹ ਭੇਟਾ ਕਰ। ਤੇ ਰੱਖਿਆ ਮਹਾਰਾਜ ਜੀ ਕੀ ਫੇਰ ਕਹਿ ਅੱਗੇ ਰੱਖੀ ਹੈ, ਮੈਂ ਕੀ ਰੱਖਾਂ ਤੁਹਾਡੇ ਅੱਗੇ? ਤੇ ਸਾਹਿਬ ਜੀ ਨੇ ਆਖਿਆ ਸੀ ਅੰਮ੍ਰਿਤ ਵੇਲਾ। ਤੂੰ ਮਾਇਆਵੀ ਪਦਾਰਥਾਂ ਦੀਆਂ ਭੇਟਾਵਾਂ ਇੱਕ ਤੋਂ ਇੱਕ ਚੜ੍ਹਦੀਆਂ ਭੇਟਾਵਾਂ ਲਿਆ ਕੇ ਅੱਗੇ ਧਰਤੀਆਂ। ਮੁਬਾਰਕ ਹੈ ਤੈਨੂੰ ਉਸ ਮਾਲਕ ਨੇ ਮਾਇਆਵੀ ਪਦਾਰਥ ਦੇ ਕੇ ਨਿਵਾਜਿਆ ਤੇ ਤੂੰ ਉਹ ਭੇਟਾਵਾਂ ਲੈ ਕੇ ਆ ਗਿਆ। ਪਰ ਇਹ ਤਾਂ ਸਰੀਰਕ ਤਲ ਤੇ ਬਾਹਰ ਦੀਆਂ ਭੇਟਾਵਾਂ ਨੇ, ਪਰ ਤੂੰ ਆਤਮਿਕ ਤਲ ਤੇ ਕੀ ਭੇਟਾ ਕਰਦਾ ਹੈ? ਮਾਨਸਿਕ ਤਲ ਉੱਤੇ ਤੂੰ ਜੋ ਖੁਸ਼ੀਆਂ ਲੈਣੀਆਂ, ਜੋ ਹੁਣ ਦੇਖੋ ਮਾਇਆਵੀ ਪਦਾਰਥਾਂ ਨਾਲ ਸੁੱਖ ਮਿਲੇਗਾ, ਖੁਸ਼ੀਆਂ ਮਿਲਣਗੀਆਂ, ਪਰ ਕਿਹਨੂੰ ਮਿਲਣਗੀਆਂ? ਸਾਡੇ ਸਰੀਰ ਨੂੰ ਮਿਲਣਗੀਆਂ, ਸਾਡੇ ਮਨ ਨੂੰ ਨਹੀਂ। ਕਿਉਂਕਿ ਜਿਨ੍ਹਾਂ ਕੋਲ ਮਾਇਆਵੀ ਪਦਾਰਥ ਮੁੱਕਦੇ ਹੀ ਨਹੀਂ, ਜੇ ਉਹ ਗਿਣਤੀ ਵੀ ਕਰਨਾ ਤੇ ਗਿਣਤੀ ਵੀ ਕੋਈ ਨਹੀਂ ਹੁੰਦੀ, ਇੰਨੇ ਮਾਇਆਵੀ ਪਦਾਰਥ ਮਿਲ ਗਏ ਤੇ ਕੀ ਉਹ ਸੁਖੀ ਹੋ ਗਏ? ਮਹਾਰਾਜ ਕਹਿੰਦੇ ਨਹੀਂ। ਵੱਡੇ ਵੱਡੇ ਜੋ ਦੀਸੈਂ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ, ਉਹਨਾਂ ਨੂੰ ਵੀ ਚਿੰਤਾ ਦਾ ਰੋਗ ਅੰਦਰ ਸਤਾਈ ਜਾਂਦਾ ਹੈ। ਮਾਇਆਵੀ ਪਦਾਰਥ ਬੇਸ਼ੁਮਾਰ ਨੇ, ਉਹਨਾਂ ਨੂੰ ਆਪ ਨਹੀਂ ਪਤਾ ਕਿ ਸਾਡੇ ਕੋਲ ਕਿੰਨੇ ਧਨ ਪਦਾਰਥ ਨੇ, ਪਰ ਚਿੰਤਾ ਦਾ ਰੋਗ ਤੇ ਉਹਨਾਂ ਨੂੰ ਵੀ ਸਤਾਈ ਜਾਂਦਾ ਹੈ। ਜੇ ਤੂੰ ਚਿੰਤਾ ਤੋਂ ਰਹਿਤ ਹੋਣਾ ਚਾਹੁੰਦਾ ਹੈ, ਜੇ ਤੂੰ ਅੰਦਰੋਂ ਸੁਖੀ ਹੋਣਾ ਚਾਹੁੰਦਾ ਹੈ, ਜੇ ਅੰਦਰੋਂ ਦੀਆਂ ਖੁਸ਼ੀਆਂ ਨੂੰ ਤੂੰ ਮੰਨਣਾ ਚਾਹੁੰਦਾ ਹੈ, ਤੇ ਮਹਾਰਾਜ ਕਹਿੰਦੇ ਉਹਦੇ ਲਈ ਭੇਟਾ ਉਹ ਰੱਖ ਅੰਮ੍ਰਿਤ ਵੇਲਾ। ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਵਰ ਦੀ ਬੰਦਗੀ ਕਰ। ਉੱਠ ਫਰੀਦਾ ਉਜੂ ਸਾਜ, ਬਾਬਾ ਫਰੀਦ ਸਾਹਿਬ। ਉੱਠ ਫਰੀਦਾ ਉਜੂ ਸਾਜ ਸੁਬਹ ਨਿਵਾਜ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ। ਕਹਿੰਦੇ ਅੰਦਰ ਦੀਆਂ ਖੁਸ਼ੀਆਂ ਮਿਲਣੀਆਂ ਨੇ ਉਸ ਅੱਲਾਹ ਦੀ ਬੰਦਗੀ ਕਰਕੇ, ਰੱਬ ਦੇ ਨਾਮ ਦਾ ਸਿਮਰਨ ਕਰਕੇ, ਕਿਉਂਕਿ ਸੁੱਖ ਪਰਮੇਸ਼ਵਰ ਦੇ ਨਾਮ ਦੇ ਵਿੱਚ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਵਾਰ ਆਪਣੀ ਪੌੜੀ ਦੇ ਵਿੱਚ ਜ਼ਿਕਰ ਕੀਤਾ, ਕਹਿੰਦੇ ਮੈਂ ਕੁਰਬਾਨ ਜਾਵਾਂ ਉਹਨਾਂ ਤੋਂ, ਮੈਂ ਸਦਕੇ ਜਾਵਾਂ ਉਹਨਾਂ ਤੋਂ ਜਿਹੜੇ ਪਿਛਲ ਰਾਤ ਜਾਗਦੇ ਨੇ ਤੇ ਪਿਛਲ ਰਾਤ ਜਾਗ ਕੇ ਉਸ ਮਾਲਕ ਦੀ ਬੰਦਗੀ ਕਰਦੇ ਨੇ। ਭਾਈ ਸਾਹਿਬ ਕਹਿੰਦੇ ਕੁਰਬਾਨੀ ਤਿੰਨਾਂ ਗੁਰ ਸਿੱਖਾਂ, ਪਿਛਲ ਰਾਤ ਉੱਠ ਬਹੰਦੇ। ਜਿਹੜੇ ਪਿਛਲ ਰਾਤ ਦਾ ਅਰਥ ਹੈ ਵੀ ਦਿਨ ਚੜ੍ਹਨ ਤੋਂ ਪਹਿਲਾਂ ਰਾਤ ਦਾ ਆਖਰੀ ਜਿਹੜਾ ਪਹਿਰ ਹੈ, ਜਿਹੜੇ ਜਾਗ ਕੇ ਉੱਠ ਬਹੰਦੇ ਨੇ, ਕਿਉਂਕਿ ਉਸ ਵੇਲੇ ਹੀ ਤਾਂ ਆਲਸ ਘੇਰਦਾ ਹੈ, ਉਸੇ ਵੇਲੇ ਤਾਂ ਨੀਂਦ ਇੰਨੀ ਪਿਆਰੀ ਲੱਗਦੀ ਹੈ ਕਿ ਬੰਦਾ ਉੱਠਣ ਨੂੰ ਛੇਤੀ ਕੋਈ ਨਹੀਂ ਕਰਦਾ, ਸਾਰੀ ਸਾਰੀ ਰਾਤ ਜਾਗਣ ਨੂੰ ਤਿਆਰ ਹੈ, ਸਾਰੀ ਸਾਰੀ ਰਾਤ ਜਾਗਦਾ ਰਹਿੰਦਾ ਹੈ। ਪਰ ਜਦੋਂ ਆ ਰਾਤ ਦਾ ਪਿਛਲਾ ਪਹਿਰ ਆਖੀਰਲਾ ਪਹਿਰ ਆ ਜਾਏ ਤੇ ਸਭ ਨੀਂਦ ਵਿੱਚ, ਇੰਨੀ ਕੁ ਨੀਂਦ ਉਸ ਵੇਲੇ ਪਿਆਰੀ ਲੱਗਦੀ ਹੈ ਵੀ ਉੱਠਣ ਨੂੰ ਛੇਤੀ ਕੋਈ ਨਹੀਂ ਕਰਦਾ। ਪਰ ਕਹਿੰਦੇ ਕੁਰਬਾਨ ਜਾਵਾਂ ਜਿਨ੍ਹਾਂ ਨੇ ਇਸ ਪਿਛਲ ਰਾਤ ਨੂੰ, ਭਾਵ ਅੰਮ੍ਰਿਤ ਵੇਲੇ ਪ੍ਰਭਾਤ ਵੇਲੇ ਨੂੰ, ਪੋਹ ਫੁੱਟਣ ਵਾਲਾ ਸਮਾਂ, ਉਸ ਵੇਲੇ ਨੂੰ ਸੰਭਾਲ ਕੇ ਉੱਠੇ ਨੇ। ਕਹਿੰਦੇ ਮੈਂ ਕੁਰਬਾਨ ਜਾਵਾਂ ਉਹਨਾਂ ਤੋਂ। ਕੁਰਬਾਨੀ ਤਿੰਨਾਂ ਗੁਰ ਸਿੱਖਾਂ, ਮੈਂ ਉਹਨਾਂ ਗੁਰੂ ਕੇ ਸਿੱਖਾਂ ਤੋਂ ਕੁਰਬਾਨ ਜਾਣਾ ਹਾਂ ਜਿਹੜੇ ਉੱਠ ਕੇ ਇਸ਼ਨਾਨ ਵਿੱਚ ਜੁੜਦੇ ਆ। ਭਾਵ ਦੋ ਤਰ੍ਹਾਂ ਦਾ ਇਸ਼ਨਾਨ ਹੈ, ਇੱਕ ਤਨ ਦਾ ਤੇ ਇੱਕ ਮਨ ਦਾ। ਤਨ ਦਾ ਇਸ਼ਨਾਨ ਪਾਣੀ ਨਾਲ ਹੋਣਾ ਹੈ ਤੇ ਮਨ ਦਾ ਇਸ਼ਨਾਨ ਬਾਣੀ ਦੇ ਨਾਲ ਹੋਣਾ ਹੈ। ਕਹਿੰਦੇ ਨੇ ਜਿਹੜੇ ਉੱਠ ਕੇ ਇਸ਼ਨਾਨ ਵਿੱਚ ਜੁੜਦੇ ਆ ਉਹਨਾਂ ਤੋਂ ਮੈਂ ਕੁਰਬਾਨ ਜਾਵਾਂ। ਕਹਿੰਦੇ ਉਹਨਾਂ ਤੋਂ ਕੁਰਬਾਨ ਜਾਵਾਂ ਜਿਹੜੇ ਚੱਲ ਕੇ ਸਤ ਸੰਗਤ ਵਿੱਚ ਆ ਕੇ ਜੁੜ ਬੈਠਦੇ ਆ। ਇਸ ਲਈ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਇਹਨਾਂ ਨੂੰ ਉਪਦੇਸ਼ ਦਿੱਤਾ। ਸਾਹਿਬ ਜੀ ਕਹਿੰਦੇ ਕੀ ਕਰਨਾ ਹੈ? ਪਾਛਲ ਰਾਤ ਜਿਹੜੀ ਹੈ ਨਾ, ਭਾਵ ਰਾਤ ਦਾ ਅਖੀਰਲਾ ਸਮਾਂ ਜਿਹੜਾ ਹੈ, ਦਿਨ ਚੜ੍ਹਨ ਤੋਂ ਪਹਿਲਾਂ ਦਾ, ਸੂਰਜ ਦੀ ਟਿੱਕੀ ਨਿਕਲਣ ਤੋਂ ਪਹਿਲਾਂ ਦਾ ਸਮਾਂ, ਜਾਗੋ ਔਰ ਉਸ ਨਿਰੰਕਾਰ ਦੀ ਬੰਦਗੀ ਵਿੱਚ ਜੁੜਨਾ ਕਰੋ। ਸੁਣ ਕਰ ਬੂਝਨ ਲਗੇ ਸੋ ਮਾਨਵ। ਹੁਣ ਜਿਹੜੇ ਮਾਨਵ, ਜਿਹੜੇ ਲੋਕ ਗੁਰੂ ਨਾਨਕ ਸਾਹਿਬ ਜੀ ਕੋਲ ਆ ਕੇ ਇਕੱਠੇ ਹੋਏ, ਉਹਨਾਂ ਆਖਿਆ ਵੀ ਤੁਸੀਂ ਦਰਵੇਸ਼ ਲੱਗਦੇ ਹੋ, ਫਕੀਰ। ਹਾਲਾਂਕਿ ਇਹ ਨਹੀਂ ਪਤਾ ਵੀ ਇਹ ਗੁਰੂ ਨਾਨਕ ਸਾਹਿਬ ਹੈ, ਇਹ ਨਹੀਂ ਪਤਾ ਵੀ ਇਹ ਉਹ ਨੇ ਜਿਨ੍ਹਾਂ ਨੂੰ ਕੱਲ ਤਾਰਨ ਗੁਰੂ ਨਾਨਕ ਆਇਆ ਕਹਿੰਦੇ ਆ। ਹਾਲਾਂਕਿ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਵੀ ਇਹ ਕੌਣ ਨੇ। ਇਹ ਉਹ ਨੇ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ, ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋ। ਕੇਵਲ ਇੱਕ ਪਹਿਰਾਵਾ ਵੇਖ ਕੇ ਕਹਿੰਦੇ ਆ ਵੀ ਸਾਡੇ ਤੇ ਕਿਰਪਾ ਕਰੋ, ਤੁਸੀਂ ਰੱਬ ਦੇ ਪਿਆਰੇ ਹੋ, ਕੋਈ ਉਪਦੇਸ਼ ਹੀ ਦੇ ਦਿਓ ਰੱਬ ਦੇ ਨਾਮ ਦਾ। ਸਾਹਿਬ ਜੀ ਨੇ ਆਖਿਆ ਸਿਮਰਨ ਕਰੋ, ਸੇਵਾ ਕਰੋ, ਅੰਮ੍ਰਿਤ ਵੇਲੇ ਨੂੰ ਸੰਭਾਲ ਕੇ ਉਹਦੀ ਬੰਦਗੀ ਕਰੋ। ਹੁਣ ਇਸ ਦੌਰਾਨ ਦੋ ਗੱਲਾਂ ਗੁਰੂ ਸਾਹਿਬ ਨੇ ਕੀਤੀਆਂ ਸਨ, ਇੱਕ ਕੂਕਰ ਦ੍ਰਿਸ਼ਟੀ, ਇੱਕ ਸ਼ੇਰ ਦੀ ਦ੍ਰਿਸ਼ਟੀ। ਤੇ ਸਤਿਗੁਰੂ ਮਹਾਰਾਜ ਅੱਗੇ ਹੱਥ ਜੋੜ ਕੇ ਕਹਿੰਦੇ ਮਹਾਰਾਜ ਸਾਨੂੰ ਮਾੜੀ ਜੀ ਜਿਹੜੀ ਮਨ ਵਿੱਚ ਸ਼ੰਕਾ ਹਜੇ ਗੱਲ ਸਮਝ ਨਹੀਂ ਆਈ ਤੇ ਤੁਸੀਂ ਕਿਰਪਾ ਕਰ ਦੇਵੋ। ਦ੍ਰਿਸ਼ਟ ਜੋ ਕਹੀ ਹਮ ਹੈ ਨਹਿ ਜਾਣਬ। ਜਿਹੜੀ ਦ੍ਰਿਸ਼ਟੀ ਦੀ ਗੱਲ ਤੁਸੀਂ ਕੀਤੀ ਆ ਨਾ, ਕੂਕਰ ਵਾਲੀ ਤੇ ਸ਼ੇਰ ਵਾਲੀ, ਇਹ ਸਾਨੂੰ ਮਹਾਰਾਜ ਜੀ ਸੁਣਿਆ ਤੇ ਹੈ, ਪਰ ਹਮੇ ਨਾ ਜਾਣਵ, ਅਸੀਂ ਨਹੀਂ ਜਾਣਦੇ ਵੀ ਇਹ ਦ੍ਰਿਸ਼ਟੀ ਹੁੰਦੀ ਕਿਦਾਂ ਦੀ ਹੈ। ਸਾਨੂੰ ਕਿਰਪਾ ਕਰਕੇ ਸਮਝਾਉਣਾ ਕਰੋ। ਖੋਲ ਅਰਥ ਇਹ ਪਨੋ ਗੁਸਾਈ। ਇਹ ਮਾਲਕ ਜੀ ਸਾਡੇ ਤੇ ਇੱਕ ਮਿਹਰ ਕਰ ਦਿਓ, ਖੋਲ ਅਰਥ, ਇਹਦੇ ਅਰਥ ਖੋਲ ਕੇ ਸਮਝਾਓ। ਤੇ ਜਿੰਨਾ ਚਿਰ ਅਰਥ ਨਹੀਂ ਸਮਝ ਵਿੱਚ ਆਉਣਗੇ ਉਹਨਾਂ ਚਿਰ ਗੱਲ ਵੀ ਕੋਈ ਨਹੀਂ ਬਣਨੀ। ਇਸੇ ਲਈ ਪਿਛਲੇ ਦਿਨਾਂ ਵਿੱਚ ਜਾਂ ਬਾਰ-ਬਾਰ ਇੱਕ ਬੇਨਤੀ ਕਰੀਦੀ ਹੈ ਕਿ ਕਮ ਸੇ ਕਮ ਜਿੰਨੀ ਗੁਰਬਾਣੀ ਦਾ ਪਾਠ ਅਸੀਂ ਨਿਤ ਦੇ ਅਭਿਆਸ ਵਿੱਚ ਕਰਦੇ ਹਾਂ, ਸਾਡਾ ਨਿਤ ਦਾ ਜਿਹੜਾ ਅਭਿਆਸ ਹੈ, ਕਮ ਸੇ ਕਮ ਅਸੀਂ ਜਿੰਨੀ ਬਾਣੀ ਦਾ ਪਾਠ ਕਰਦੇ ਹਾਂ ਉਹਦੇ ਸੰਖੇਪ ਅਰਥ ਸਾਨੂੰ ਪਤਾ ਹੋਣੇ ਚਾਹੀਦੇ ਆ ਕਿ ਜਪਜੀ ਸਾਹਿਬ ਦੀ ਬਾਣੀ ਸਾਨੂੰ ਕੀ ਸਮਝਾ ਰਹੀ ਹੈ, ਜਪ ਸਾਹਿਬ ਦੀ ਬਾਣੀ ਸਾਨੂੰ ਕੀ ਸਮਝਾ ਰਹੀ ਹੈ, ਸਵਈਏ ਸਾਨੂੰ ਕੀ ਸਮਝਾ ਰਿਹਾ, ਚੌਪਈ ਸਾਹਿਬ ਦੀ ਬਾਣੀ ਕੀ ਸਮਝਾ ਰਹੀ ਹੈ, ਆਨੰਦ ਸਾਹਿਬ ਦੀ ਬਾਣੀ ਕੀ ਸਮਝਾ ਰਹੀ ਹੈ, ਸੋਦਰ ਦੀ ਬਾਣੀ ਕੀ ਸਮਝਾ ਰਹੀ ਹੈ, ਸੋਲੇ ਦੀ ਬਾਣੀ ਕੀ, ਇਹ ਸਾਨੂੰ ਕਮ ਸੇ ਕਮ ਸੰਖੇਪ ਵਿੱਚ ਅਰਥ ਪਤਾ ਹੋਣ ਤੇ ਸੱਚ ਜਾਣੀਓ ਨਿਤਨੇਮ ਵਿੱਚ ਸੁਰਤ ਕਿਵੇਂ ਨਹੀਂ ਜੁੜੇਗੀ। ਅਸੀਂ ਕਹਿੰਦੇ ਹਾਂ ਨਿਤਨੇਮ ਹੋ ਜਾਂਦਾ, ਪਤਾ ਹੀ ਨਹੀਂ ਲੱਗਦਾ, ਕਿਉਂਕਿ ਸੁਰਤ ਤਾਂ ਕਿਤੇ ਹੋਰ ਉਡਾਰੀ ਮਾਰ ਜਾਂਦੀ ਹੈ। ਅਸੀਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਤੇ ਕਰਦੇ ਹਾਂ, ਮੁੜ ਕੇ ਪਤਾ ਹੀ ਕੋਈ ਨਹੀਂ ਲੱਗਦਾ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਤੇ ਕਦੋਂ ਆ ਗਏ। ਅੱਖਾਂ ਚੱਲਦੀਆਂ ਪਈਆਂ ਸਨ ਪਰ ਸੁਰਤ ਕਿਤੇ ਹੋਰ ਲੱਗੀ ਹੈ, ਕੰਨ ਸੁਣ ਰਹੇ ਸਨ ਪਰ ਸੁਰਤ ਕਿਤੇ ਹੋਰ ਲੱਗੀ ਸੀ, ਪਤਾ ਹੀ ਕੋਈ ਨਹੀਂ ਲੱਗਾ। ਤੇ ਪਰ ਜੇ ਸੰਖੇਪ ਵਿੱਚ ਅਰਥ ਨਾਲ ਚੱਲਣਗੇ ਫਿਰ ਸੁਰਤ ਕਿਤੇ ਹੋਰ ਜਾਏਗੀ ਨਹੀਂ। ਇਹ ਅਭਿਆਸ, ਇਹ ਪ੍ਰੈਕਟੀਕਲ ਕਰਕੇ ਆਪਣੇ ਜੀਵਨ 'ਚ ਵੇਖਿਓ। ਸਤਿਗੁਰੂ ਮਹਾਰਾਜ ਆ ਜਿਹੜੀ ਦ੍ਰਿਸ਼ਟੀ ਦੀ ਗੱਲ ਤੁਸੀਂ ਕੀਤੀ ਹੈ ਨਾ, ਖੋਲ ਅਰਥ, ਇਹਦੇ ਅਰਥ ਖੋਲ ਕੇ ਸਮਝਾਓ। ਸਾਨੂੰ ਇਹ ਕੂਕਰ ਤੇ ਸ਼ੇਰ ਦੀ ਦ੍ਰਿਸ਼ਟੀ ਨਹੀਂ ਸਮਝ ਆਈ ਹੈ। ਤੁਮ ਹੋ ਸੰਤ ਸਭਨ ਸੁਖਦਾਈ। ਤੁਸੀਂ ਸੁੱਖ ਦੇਣ ਵਾਲੇ ਲੱਗਦੇ ਹੋ, ਤੁਸੀਂ ਸੰਤ ਸਰੂਪ ਲੱਗਦੇ ਹੋ, ਤੁਸੀਂ ਬਹੁਤ ਵੱਡਾ ਦਰਵੇਸ਼ ਦਾ ਰੂਪ ਲੱਗਦੇ ਹੋ, ਇਸ ਲਈ ਸਾਡੇ ਤੇ ਇਹ ਕਿਰਪਾ ਕਰ ਦੇਵੋ। ਕਿਰਪਾ ਨਿਧਾਨ ਪਨੀ ਸਭ ਥਾਨੀ। ਧੰਨ ਗੁਰੂ ਨਾਨਕ ਸਾਹਿਬ ਜੀ ਕਿਰਪਾ ਦੇ ਮਾਲਕ। ਜਦੋਂ ਇਹਨਾਂ ਨੇ ਲੋਕਾਂ ਨੇ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਜੀ ਫਿਰ ਸਮਝਾਉਂਦੇ ਹਨ। ਦ੍ਰਿਸ਼ਟ ਕੁਕਰੀ ਲਿਓ ਪਛਾਨੀ। ਸਭ ਤੋਂ ਪਹਿਲਾਂ ਮਹਾਰਾਜ ਕਹਿੰਦੇ ਕੂਕਰ ਵਾਲੀ, ਕੁੱਤੇ ਵਾਲੀ ਦ੍ਰਿਸ਼ਟੀ ਨੂੰ ਪਛਾਣਨਾ ਕਰੋ ਕਿ ਉਹ ਦ੍ਰਿਸ਼ਟੀ ਕਿਦਾਂ ਦੀ ਹੁੰਦੀ। ਕੇਵਲ ਇਹਨਾਂ ਲੋਕਾਂ ਵਾਸਤੇ ਨਹੀਂ,
ਇਹ ਜਿੰਨੇ ਵੀ ਆਪਾਂ ਸੁਣ ਰਹੇ ਹਾਂ ਇਹ ਸਾਡੇ ਵਾਸਤੇ ਵੀ ਹੈ। ਇਤਿਹਾਸ ਕੇਵਲ ਉਹਨਾਂ ਲੋਕਾਂ ਵਾਸਤੇ ਨਹੀਂ ਹੈ। ਇਹ ਇਤਿਹਾਸ ਰਿਪੀਟ ਕਿਉਂ ਕੀਤਾ ਜਾ ਰਿਹਾ ਹੈ, ਇਹ ਕਿਉਂ ਦੁਹਰਾਇਆ ਜਾ ਰਿਹਾ, ਤਾਂ ਕਿ ਅੱਜ ਸਾਨੂੰ ਵੀ ਇਹ ਗੱਲਾਂ ਸਮਝ ਵਿੱਚ ਆ ਜਾਣ। ਸਾਹਿਬ ਜੀ ਕਹਿੰਦੇ ਪਹਿਲਾਂ ਇਹਨੂੰ ਪਛਾਣ ਲਓ ਕਿ ਕੁੱਕਰ ਵਾਲੀ ਦ੍ਰਿਸ਼ਟੀ ਕਿਹੜੀ ਹੁੰਦੀ ਹੈ। ਦੁੱਖ ਸੁੱਖ ਮੁਝ ਕੋ ਮਾਨਵ ਦੇਹੀ। ਜਿਹੜੀ ਕੁੱਕਰ ਵਾਲੀ ਦ੍ਰਿਸ਼ਟੀ ਆ ਨਾ, ਇਹਦੇ ਵਿੱਚ ਜਿਹੜਾ ਦੁੱਖ ਸੁੱਖ ਮਿਲਦਾ ਹੈ, ਉਹਦੇ ਵਿੱਚ ਕੀ ਹੁੰਦਾ ਹੈ, ਉਹ ਕਹਿੰਦੇ ਵੀ ਬੰਦੇ ਨੇ ਮੈਨੂੰ ਦੁੱਖ ਦਿੱਤਾ ਹੈ ਤੇ ਬੰਦੇ ਨੇ ਸੁੱਖ ਦਿੱਤਾ ਹੈ। ਉਹ ਪਰਮਾਤਮਾ ਵੱਲ ਉਹਦੀ ਦ੍ਰਿਸ਼ਟੀ ਜਾਂਦੀ ਨਹੀਂ, ਉਹਦੀ ਸੋਚ, ਉਹਦੀ ਵਿਚਾਰ, ਉਹਦੇ ਖਿਆਲ, ਉਹਦੀ ਨਜ਼ਰ ਪਰਮੇਸ਼ਵਰ ਵੱਲ ਜਾਂਦੀ ਕੋਈ ਨਹੀਂ ਹੈ। ਉਹ ਮਨੁੱਖ ਨੂੰ ਹੀ ਸਭ ਕੁਝ ਸਮਝਦਾ ਹੈ, ਕਹਿੰਦਾ ਬੰਦਾ ਹੀ ਦੁੱਖ ਦਿੰਦਾ ਹੈ, ਬੰਦਾ ਹੀ ਸੁੱਖ ਦਿੰਦਾ ਹੈ, ਬੰਦਾ ਹੀ ਦੁੱਖ ਦੇਣ ਵਾਲਾ। ਕਈ ਵਾਰੀ ਅਸੀਂ ਦੋਸ਼ ਬੰਦੇ ਨੂੰ ਦਿੰਦੇ ਹਾਂ ਵੀ ਤੇਰੇ ਕਰਕੇ ਮੇਰੇ ਨਾਲ ਇਦਾਂ ਹੋਇਆ, ਤੇਰੇ ਕਰਕੇ ਮੈਨੂੰ ਦੁੱਖ ਮਿਲਿਆ, ਤੇਰੇ ਕਰਕੇ ਇਦਾਂ ਹੋਇਆ, ਪਰ ਅਸੀਂ ਆਪਣੇ ਆਪ ਨੂੰ ਤਾਂ ਦੋਸ਼ ਦਿੰਦੇ ਹੀ ਨਹੀਂ ਵੀ ਮੇਰੇ ਕਰਕੇ ਹੋਇਆ, ਵੀ ਮੇਰੇ ਆਪਣੇ ਹੀ ਕਰਮ ਦਾ ਫਲ ਹੈ। ਅਸੀਂ ਆਪਣੇ ਕਰਮ ਦਾ ਫਲ ਨਾ ਮੰਨ ਕੇ ਦੂਜੇ ਨੂੰ ਦੋਸ਼ ਦੇ ਦਿੰਦੇ ਹਾਂ ਕਿ ਤੇਰੇ ਕਰਕੇ ਮੇਰੇ ਨਾਲ ਇਸ ਤਰ੍ਹਾਂ ਹੋਇਆ। ਸਾਹਿਬ ਜੀ ਨੇ ਆਖਿਆ ਦੁੱਖ ਸੁੱਖ ਮੁਝ ਕੋ ਮਾਨਵ ਦੇਈ। ਇਹ ਕੁੱਕਰ ਦ੍ਰਿਸ਼ਟੀ ਆ ਕਿ ਦੁੱਖ ਔਰ ਸੁੱਖ ਮਿਲਦਾ ਤੇ ਉਹ ਸੋਚਦਾ ਵੀ ਇਹ ਬੰਦਾ ਹੀ ਮੈਨੂੰ ਦੇਣ ਵਾਲਾ ਹੈ। ਈਸ਼ਵਰ ਕੀ ਗਤ ਲਖੇ ਨ ਕੇਹੀ। ਉਹ ਈਸ਼ਵਰ ਦੀ ਅਵਸਥਾ ਨੂੰ, ਪਰਮੇਸ਼ਵਰ ਦੀ ਅਵਸਥਾ ਨੂੰ ਨਹੀਂ ਜਾਣਦਾ, ਉਹ ਰੱਬ ਨੂੰ ਨਹੀਂ ਜਾਣਦਾ। ਉਹ ਕੇਵਲ ਮਨੁੱਖ ਵੱਲੋਂ ਮਿਲੇ ਹੋਏ ਦੁੱਖ ਸੁੱਖ ਨੂੰ ਹੀ ਸਮਝ ਕੇ ਤੇ ਉਹ ਕਹਿੰਦਾ ਵੀ ਸੁੱਖ ਵੀ ਬੰਦੇ ਨੇ ਦਿੱਤਾ, ਦੁੱਖ ਵੀ ਬੰਦੇ ਨੇ ਦਿੱਤਾ। ਉਹ ਪਰਮੇਸ਼ਵਰ ਦੀ ਗਤ ਨੂੰ ਨਹੀਂ ਜਾਣਦਾ। ਮਾਰਨ ਹਾਰਨ ਜਾਣੈ ਸਵਨ। ਇੱਥੇ ਬੜੀ ਕਮਾਲ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਕੀਤੀ। ਮਹਾਰਾਜ ਕਹਿੰਦੇ ਤੁਸੀਂ ਆ ਦੇਖਿਓ, ਜਦੋਂ ਆਪਾਂ ਕੁੱਤੇ ਨੂੰ ਸੋਟੀ ਮਾਰਦੇ ਆ ਨਾ, ਤੇ ਕੁੱਤਾ ਕੀ ਕਰਦਾ ਹੈ, ਜਿਹੜਾ ਸੋਟੀ ਮਾਰਨ ਵਾਲਾ ਉਹਨੂੰ ਨਹੀਂ ਪਕੜਦਾ, ਉਹ ਸੋਟੀ ਨੂੰ ਪਕੜਦਾ ਹੈ। ਆਮ ਆਪਾਂ ਘਰਾਂ ਵਿੱਚ ਵੀ ਕਈਆਂ ਨੇ ਕੁੱਤੇ ਰੱਖੇ ਹੋਏ ਆ, ਜਦੋਂ ਅਸੀਂ ਕੁੱਤੇ ਨੂੰ ਸੋਟੀ ਮਾਰਾਂਗੇ ਤੇ ਉਹ ਮਾਰਨ ਵਾਲੇ ਨੂੰ ਨਹੀਂ, ਉਹ ਸਗੋਂ ਹੱਥ ਵਿੱਚ ਪਕੜੀ ਹੋਈ ਸੋਟੀ ਨੂੰ ਪਕੜਦਾ ਹੈ। ਲਸ਼ਟ ਕੋ ਕੱਟ ਹੈ ਅਨਜਾਨਾ। ਲਸ਼ਟਕ ਦਾ ਅਰਥ ਹੈ ਸੋਟੀ। ਕਹਿੰਦੇ ਉਹ ਸੋਟੀ ਨੂੰ ਹੀ ਕੱਟਦਾ ਹੈ, ਸੋਟੀ ਨੂੰ ਹੀ ਪਕੜਦਾ ਹੈ, ਇਹ ਸੋਚ ਕੇ ਵੀ ਆ ਮੈਨੂੰ ਚੋਟ ਸੋਟੀ ਦੇ ਰਹੀ ਹੈ, ਪਰ ਉਹ ਇਹ ਨਹੀਂ ਸੋਚਦਾ ਵੀ ਇਹ ਸੋਟੀ ਹੱਥ ਕਿਹਦੇ ਵਿੱਚ ਹੈ, ਕਿਹਦੇ ਹੱਥਾਂ ਵਿੱਚ ਹੈ। ਉਹ ਇਹ ਕਹਿੰਦੇ ਨੇ ਉਹਨੂੰ ਨਹੀਂ ਦੇਖ ਪਾਉਂਦਾ। ਤੇ ਲਸ਼ਟਕ ਦਾ ਅਰਥ ਹੈ ਸੋਟੀ ਕੱਟ ਹੈ ਅਣਜਾਣਾ, ਇਹ ਸੋਟੀ ਨੂੰ ਕੱਟਣ ਲੱਗ ਜਾਂਦਾ ਇਹ ਸੋਚ ਕੇ ਕਿ ਸੋਟੀ ਮੈਨੂੰ ਮਾਰ ਰਹੀ ਹੈ। ਇਸ ਪ੍ਰਕਾਰ ਕੋ ਜੋ ਨਰ ਹੋਈ। ਮਹਾਰਾਜ ਕਹਿੰਦੇ ਇਸ ਪ੍ਰਕਾਰ ਵਾਲਾ ਜਿਹੜਾ ਮਨੁੱਖ ਹੁੰਦਾ ਨਾ, ਮਨ ਦੇ ਤਲ ਉੱਤੇ, ਕਿਉਂਕਿ ਇਹ ਦੋਵੇਂ ਦ੍ਰਿਸ਼ਟੀਆਂ ਮਨ ਦੇ ਤਲ ਤੇ ਨੇ। ਜਿਹੜਾ ਮਨਮੁਖ ਇਸ ਤਲ ਤੇ ਜਿਉਂਦਾ ਵੀ ਮੈਨੂੰ ਫਲਾਣੇ ਨੇ ਦੁੱਖ ਦਿੱਤਾ ਹੈ, ਫਲਾਣੇ ਨੇ ਸੁੱਖ ਦਿੱਤਾ ਹੈ, ਸਾਹਿਬ ਜੀ ਕਹਿੰਦੇ ਉਹ ਕੁੱਕਰ ਦ੍ਰਿਸ਼ਟੀ ਵਾਲਾ ਹੁੰਦਾ ਹੈ। ਮਨਮੁਖ ਸਵਾਨ ਦ੍ਰਿਸ਼ਟ ਹੈ ਸੋਈ। ਮਨਮੁਖ ਸਵਾਨ, ਸਵਾਨ ਦਾ ਅਰਥ ਵੀ ਕੁੱਕਰ, ਕੁੱਕਰ ਦਾ ਅਰਥ ਕੁੱਤਾ। ਕਹਿੰਦੇ ਨੇ ਜਿਹੜੇ ਮਨਮੁਖ ਦੀ ਅਵਸਥਾ ਹੁੰਦੀ ਹੈ ਉਹ ਉਸ ਕੁੱਕਰ ਦੀ ਤਰ੍ਹਾਂ ਹੁੰਦੀ ਹੈ। ਉਹ ਆਪਣੇ ਆਪ ਨੂੰ ਦੋਸ਼ ਨਹੀਂ ਦਿੰਦਾ, ਉਹ ਇਹ ਨਹੀਂ ਦੇਖਦਾ ਵੀ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਤੇ ਇਹ ਦੁੱਖ ਸੁੱਖ ਜਿਹੜਾ ਮਿਲ ਰਿਹਾ ਇਹ ਮੇਰੇ ਕੀਤੇ ਕਰਮ ਨਾਲ ਹੈ, ਪਰ ਇਹ ਦੇਣ ਵਾਲਾ ਕੌਣ ਹੈ? ਪਰਮੇਸ਼ਵਰ। ਉਹਦੇ ਹੁਕਮ ਦੇ ਜਿਹੜਾ ਅਸੀਂ ਬੀਜ ਪਾਇਆ, ਉਸ ਬੀਜ ਨੂੰ ਫਲ ਲਾਉਣ ਵਾਲਾ ਤੇ ਪਰਮੇਸ਼ਵਰ ਹੈ ਨਾ। ਹੁਣ ਇਹ ਨਹੀਂ ਉਹ ਬੰਦਾ ਸੋਚਦਾ ਵੀ ਇਹ ਜੋ ਮੈਂ ਕੀਤਾ ਸੀ ਉਹ ਮੈਂ ਪਾ ਲਿਆ, ਇਹ ਦੁੱਖ ਤੇ ਭੁੱਖ ਦੀ ਮਾਰ ਉਸ ਦੇ ਹੁਕਮ ਵਿੱਚ ਹੈ। ਪਰ ਕਹਿੰਦੇ ਨਹੀਂ, ਇਹ ਬੰਦੇ ਨੂੰ ਵੇਖ ਕੇ ਤੇ ਬੰਦੇ ਨੂੰ ਹੀ ਕਹਿੰਦਾ ਹੈ ਕਿ ਇਹ ਮੈਨੂੰ ਦੁੱਖ ਤੇ ਸੁੱਖ ਬੰਦੇ ਕੋਲੋਂ ਮਿਲਿਆ। ਤਾਂ ਹੀ ਤੇ ਮਹਾਰਾਜ ਨੇ ਆਖਿਆ ਸੀ ਬਾਣੀ ਪੜ੍ਹਨ ਵਾਲੇ ਜਦੋਂ ਗੁਰਬਾਣੀ ਪੜ੍ਹਦੇ ਆ ਤੇ ਉਹ ਬੰਦੇ ਨੂੰ ਦੋਸ਼ ਨਹੀਂ ਦਿੰਦੇ ਨਾ ਰੱਬ ਨੂੰ, ਉਹ ਤਾਂ ਆਪਣੇ ਆਪ ਨੂੰ ਦੋਸ਼ ਦਿੰਦੇ ਆ ਕਿ ਮੇਰੇ ਆਪਣੇ ਕਰਮ ਦਾ ਫਲ ਹੈ, ਜਿੱਦਾਂ ਦੇ ਮੈਂ ਕਰਮ ਕੀਤੇ ਆ ਉਦਾਂ ਦਾ ਫਲ ਮੈਨੂੰ ਮਿਲਦਾ ਹੈ। ਮਨੁੱਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕਹੋ ਇੱਕ ਹੈ ਭਗਵਾਨ। ਉਹ ਭਗਵਾਨ ਪਰਮੇਸ਼ਵਰ ਨਾਲ ਜੁੜਦਾ ਹੈ ਤੇ ਮਨਮੁਖ ਮਨੁੱਖ ਦੇ ਨਾਲ ਜੁੜਦਾ ਹੈ ਕਿ ਇਸ ਬੰਦੇ ਕਰਕੇ ਸੁੱਖ ਹੈ, ਆਹ ਬੰਦੇ ਕਰਕੇ ਦੁੱਖ ਹੈ। ਸਭ ਕਹਿੰਦੇ ਇਹੋ ਜਿਹੇ ਮਨਮੁਖ ਪਰਮੇਸ਼ਵਰ ਦੀ ਗਤ ਨੂੰ ਨਹੀਂ ਜਾਣਦੇ ਔਰ ਉਹ ਸਵਾਨ ਦੀ ਦ੍ਰਿਸ਼ਟੀ ਵਿੱਚ ਜੀਵਦੇ ਹਨ। ਇਸ ਪ੍ਰਕਾਰ ਦੁੱਖ ਸੁੱਖ ਬਨੁ ਆਵੇ। ਕਿਸੇ ਵੀ ਪ੍ਰਕਾਰ ਜਦੋਂ ਕੋਈ ਦੁੱਖ ਸੁੱਖ ਬਣ ਆਉਂਦਾ ਹੈ, ਪਰਮੇਸ਼ਵਰ ਤੇ ਸਰਬ ਲਖਾਵੇ। ਕਹਿੰਦੇ ਨੇ ਪਰਮੇਸ਼ਵਰ ਜਿਹੜਾ ਨਾ ਇਹ ਉਹ ਅਕਾਲ ਪੁਰਖ ਦੇ ਹੁਕਮ ਵਿੱਚ ਹੈ। ਧਿਆਨ ਰੱਖਿਓ, ਇਹ ਵੀ ਗੱਲਾਂ ਬੜੀ ਵਾਰ ਹੋ ਚੁੱਕੀਆਂ ਨੇ। ਦੁੱਖ ਸਾਡੀ ਜ਼ਿੰਦਗੀ ਵਿੱਚ ਆਉਂਦਾ ਹੈ, ਸੁੱਖ ਆਉਂਦਾ ਹੈ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਵੀ ਰੱਬ ਜੀ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ, ਫਲਾਣੀ ਨੂੰ ਇੰਨਾ ਸੁੱਖ ਦੇ ਦਿੱਤਾ ਤੇ ਮੈਨੂੰ ਇੰਨਾ ਦੁੱਖ ਦੇ ਦਿੱਤਾ। ਨਹੀਂ, ਅਸੀਂ ਉਲਾਂਭਾ ਪਰਮੇਸ਼ਵਰ ਨੂੰ ਵੀ ਨਹੀਂ ਦੇਣਾ ਤੇ ਅਸੀਂ ਉਲਾਂਭਾ ਮਨੁੱਖ ਨੂੰ ਵੀ ਨਹੀਂ ਦੇਣਾ, ਅਸੀਂ ਉਲਾਂਭਾ ਆਪਣੇ ਕੀਤੇ ਹੋਏ ਕਰਮ ਨੂੰ ਦੇਣਾ ਹੈ। ਸਾਹਿਬ ਜੀ ਕਹਿੰਦੇ ਹੁਣ ਜੇ ਤੁਸੀਂ ਕਹੋ ਕਿ ਮੈਂ ਆ ਕਿੱਕਰ ਬੀਜ ਦਿੱਤੀ ਹੈ ਤੇ ਮੈਨੂੰ ਮਿੱਠੀਆਂ ਦਾਖਾਂ ਮਿਲ ਜਾਣ, ਤੇ ਕਿੱਕਰ ਨੂੰ ਤੇ ਦਾਖਾਂ ਨਹੀਂ ਨਾ ਲੱਗਣੀਆਂ। ਤੁਸੀਂ ਜ਼ਹਿਰ ਵਾਲਾ ਬੀਜ ਬੀਜ ਕੇ ਕਹੋ ਵੀ ਮੈਨੂੰ ਅੰਮ੍ਰਿਤ ਦਾ ਫਲ ਮਿਲ ਜਾਏ, ਹੁਣ ਜ਼ਹਿਰ ਨੂੰ ਤੇ ਅੰਮ੍ਰਿਤ ਦਾ ਫਲ ਨਹੀਂ ਨਾ ਲੱਗਣਾ। ਬੀਜਾ ਵਿਖ ਮੰਗੇ ਅੰਮ੍ਰਿਤ, ਵੇਖੋ ਇਹ ਨਿਆਓ। ਮਾਰੇ ਕਹਿੰਦੇ ਨਿਆਂ ਕਿੱਥੇ ਦਾ ਹੈ? ਜੇ ਨਿੰਮ ਦਾ ਬੂਟਾ ਲਾਇਆ ਤੇ ਫਲ ਵੀ ਨਿੰਮ ਦਾ ਲੱਗਣਾ ਹੈ, ਕੁੜਤਣ ਵਾਲਾ। ਜੇ ਅੰਬ ਦਾ ਬੂਟਾ ਲਾਇਆ ਤੇ ਫਲ ਵੀ ਅੰਬ ਦਾ ਲੱਗਣਾ ਹੈ, ਮਿਠਾਸ ਵਾਲਾ। ਹੁਣ ਕਦੇ ਕੁਦਰਤ ਨੇ ਇਹ ਤੇ ਕੀਤਾ ਨਹੀਂ ਕਿ ਨਿੰਮ ਦਾ ਬੂਟਾ ਲਾਇਆ ਸੀ ਤੇ ਮਿੱਠਾ ਅੰਬ ਦਾ ਫਲ ਕੁਦਰਤ ਨੇ ਲਾ ਦਿੱਤਾ। ਨਹੀਂ, ਜੇ ਨਿੰਮ ਦਾ ਬੂਟਾ ਹੈ ਤੇ ਨਿੰਮ ਦਾ ਹੀ ਫਲ ਮਿਲਣਾ ਹੈ, ਜੇ ਅੰਬ ਦਾ ਬੂਟਾ ਹੈ ਤੇ ਅੰਬ ਦਾ ਹੀ ਫਲ। ਭਾਵ ਜੇ ਜ਼ਹਿਰ ਬੀਜੀਆਂ ਤੇ ਜ਼ਹਿਰ ਹੀ ਵੱਢਣੀ ਪੈਣੀ ਆ। ਜੇ ਬੁਰੇ ਕਰਮ ਕੀਤੇ ਆ ਤੇ ਬੁਰਾ ਹੀ ਨਤੀਜਾ ਨਿਕਲਣਾ ਹੈ, ਜੇ ਚੰਗੇ ਕਰਮ ਕੀਤੇ ਆ ਤੇ ਨਤੀਜਾ ਵੀ ਚੰਗਾ ਨਿਕਲਣਾ ਹੈ। ਮਾਰੇ ਕਹਿੰਦੇ ਨੇ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਆਪ ਹੀ ਕੀਤਾ ਹੈ ਤੇ ਆਪ ਹੀ ਭੋਗਣਾ ਹੈ। ਸਭ ਕਹਿੰਦੇ ਤੁਸੀਂ ਆਹ ਵਾਲਾ ਜੀਵਨ ਬਣਾਓ ਕਿ ਦੁੱਖ ਔਰ ਸੁੱਖ ਮਿਲਦਾ ਹੈ ਪਰਮੇਸ਼ਵਰ ਦੇ ਹੁਕਮ ਵਿੱਚ, ਕਿਉਂਕਿ ਨਿਆਂ ਤੇ ਉਹਨੇ ਕਰਨਾ ਹੈ ਨਾ, ਫੈਸਲਾ ਤੇ ਉਹਨੇ ਕਰਨਾ ਹੈ। ਕਰਮ ਅਸੀਂ ਕੀਤਾ ਹੈ ਪਰ ਫੈਸਲਾ ਉਹਦਾ ਹੈ, ਪਰ ਜਿਹੜਾ ਫੈਸਲਾ ਹੈ ਉਹ ਗਲਤ ਨਹੀਂ। ਮਹਾਰਾਜ ਕਹਿੰਦੇ ਨੇ ਦੁਨੀਆ ਵਿੱਚ ਅਨਿਆਂ ਹੋ ਸਕਦਾ ਹੈ, ਦੁਨੀਆ 'ਚ ਹੋ ਸਕਦਾ ਵੀ ਤੈਨੂੰ ਫੈਸਲਾ ਗਲਤ ਤੇਰੇ ਹੱਕ ਵਿੱਚ ਆ ਜਾਏ, ਤੂੰ ਰੋਸ ਕਰ ਸਕਦਾ ਹੈ, ਪਰ ਜਿਹੜਾ ਮਾਲਕ ਦੇ ਹੁਕਮ ਵਿੱਚ ਤੈਨੂੰ ਜੋ ਫਲ ਮਿਲਿਆ ਉਹ ਤੇਰੇ ਆਪਣੇ ਕਰਮ ਦਾ ਹੈ, ਕਿਉਂਕਿ ਉੱਥੇ ਅਨਿਆਂ ਨਹੀਂ, ਉੱਥੇ ਹਰ ਇੱਕ ਦੇ ਨਾਲ ਨਿਆਂ ਹੁੰਦਾ ਹੈ। ਜਿਹਾ ਬੀਜੈ ਸੋ ਲੁਣੇ ਕਰਮਾ ਸੰਦੜਾ ਖੇਤ, ਜੋ ਬੀਜਿਆ ਸੀ ਉਹੀ ਕੁਝ ਮਿਲਣਾ ਹੈ। ਇੱਥੇ ਆਖਿਆ ਵੀ ਜੋ ਦੁੱਖ ਸੁੱਖ ਮਿਲਦਾ ਹੈ ਉਹ ਪਰਮੇਸ਼ਵਰ ਦੇ ਹੁਕਮ ਵਿੱਚ ਮਿਲਦਾ ਹੈ, ਇਸ ਲਈ ਪਰਮੇਸ਼ਵਰ ਦੇ ਹੁਕਮ ਵਿੱਚ ਸਾਨੂੰ ਚੱਲਣਾ ਚਾਹੀਦਾ ਹੈ। ਮਨੁੱਖ ਬਪੁਰਾ ਕੌਣ ਵਿਚਾਰਾ। ਹੁਣ ਅਸੀਂ ਸੋਚ ਕੇ ਰੱਖਣੀ ਆ ਵੀ ਆਹ ਬੰਦੇ ਨੇ ਰਾਹੀਂ ਮੈਨੂੰ ਦੁੱਖ ਮਿਲਿਆ, ਪਰ ਇਸ ਵਿਚਾਰੇ ਦਾ ਕੀ ਦੋਸ਼ ਹੈ? ਕਰਮ ਮੇਰਾ ਸੀ ਤੇ ਹੁਕਮ ਮਾਲਕ ਦਾ ਸੀ, ਉਹਦੇ ਹੁਕਮ ਵਿੱਚ ਮੇਰੀ ਜ਼ਿੰਦਗੀ ਵਿੱਚ ਦੁੱਖ ਆਇਆ, ਪਰ ਇਸ ਮਨੁੱਖ ਵਿਚਾਰੇ ਦੇ ਵੱਸ ਕੀ ਹੈ? ਇਹ ਤੇ ਇੱਕ ਜਰੀਆ ਬਣ ਗਿਆ। ਮਨੁੱਖ ਤਾਂ ਇੱਕ ਜਰੀਆ ਬਣ ਗਿਆ, ਕਿਉਂਕਿ ਪਰਮੇਸ਼ਵਰ ਨੇ ਦੁੱਖ ਸੁੱਖ ਦੇਣਾ ਤੇ ਕਿਸੇ ਜਰੀਆ ਹੀ ਦੇਣਾ ਨਾ। ਹੁਣ ਬੀਜ ਦਾ ਫਲ ਹੈ ਉਹ ਕਿਵੇਂ ਮਿਲੇਗਾ? ਜਿੰਨਾ ਚਿਰ ਬੀਜ ਮਿੱਟੀ ਵਿੱਚ ਨਹੀਂ ਘੁਲ ਮਿਲ ਜਾਂਦਾ, ਉਹ ਜਰੀਆ ਹੈ। ਇਹ ਧਰਤੀ ਵਿੱਚ ਮਿੱਟੀ ਇੱਕ ਜਰੀਆ ਬਣਾ ਦਿੱਤਾ ਕਿ ਬੀਜ ਪਾਈ ਜਾਓ ਤੇ ਫਲ ਲਈ ਜਾਓ। ਸਭ ਕਹਿੰਦੇ ਆ ਦੁੱਖ ਸੁੱਖ ਮਿਲਣੇ ਸੰਸਾਰ ਵਿੱਚ ਹੀ ਨੇ, ਪਰ ਕਿਸੇ ਨਾ ਕਿਸੇ ਦੇ ਰਾਹੀਂ ਉਹ ਜਰੀਆ ਪਰਮੇਸ਼ਵਰ ਨੇ ਬਣਾਇਆ, ਕਿਉਂਕਿ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਇਹ ਦੁੱਖ ਵਾਲਾ ਵੀ ਹੁਕਮ ਉਹਦਾ, ਸੁੱਖ ਵਾਲਾ ਵੀ ਹੁਕਮ ਉਹਦਾ, ਪਰ ਉਹਨੇ ਆਪਣੀ ਮਰਜ਼ੀ ਨਾਲ ਨਹੀਂ ਕੀਤਾ ਸਾਡੇ ਕਰਮ ਨੂੰ ਵੇਖ ਕੇ ਹੈ। ਸਾਡਾ ਬੀਜ ਜਿਹੜਾ ਅਸੀਂ ਬੀਜਿਆ ਸੀ ਉਹ, ਤਾਂ ਹੀ ਤੇ ਮਹਾਰਾਜ ਕਹਿੰਦੇ ਤੂੰ ਬੀਜ ਹੀ ਚੰਗਾ ਬੀਜਿਆ ਕਰ, ਤੂੰ ਮਾੜਾ ਬੀਜ ਹੀ ਨਾ ਬੀਜ। ਤੂੰ ਨਾਮ ਦਾ ਬੀਜ ਦਿਨ ਰਾਤ ਬੀਜਿਆ ਕਰ, ਤੈਨੂੰ ਫਲ ਵੀ ਉਦਾਂ ਦਾ ਮਿਲੇਗਾ। ਨਾਮ ਬੀਜ
ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਆਹ ਬੀਜ ਬੀਜ ਅਬ ਕੱਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ। ਮਾਰੇ ਕਹਿੰਦੇ ਆਹ ਨਾਮ ਦਾ ਬੀਜ ਬੋ ਕੇ ਵੇਖ, ਤੈਨੂੰ ਕਦੇ ਜ਼ਿੰਦਗੀ ਵਿੱਚ ਦੁੱਖ ਆਏਗਾ ਹੀ ਨਹੀਂ, ਕੋਈ ਮੁਸ਼ਕਲਾਂ ਕੋਈ ਮੁਸੀਬਤਾਂ ਤੇਰੇ ਜੀਵਨ ਵਿੱਚ ਆਉਣਗੀਆਂ ਹੀ ਨਹੀਂ, ਕਿਉਂਕਿ ਜਿਹੜਾ ਬੀਜ ਤੂੰ ਬੀਜਿਆ ਨਾ, ਉਸ ਬੀਜ ਦਾ ਫਲ ਕਹਿੰਦਾ ਔਖੀ ਘੜੀ ਨਾ ਦੇਖਣ ਦੀ। ਆਪਣਾ ਬਿਰਦ ਸੰਭਾਲੇ, ਹਾਥ ਦੇ ਰੱਖ ਹੈ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਜਿਹੜਾ ਬੀਜ ਗੁਰੂ ਸਾਹਿਬ ਕਹਿੰਦੇ ਆ ਬੀਜਣ ਨੂੰ, ਜੇ ਅਸੀਂ ਆਪਣੀ ਜ਼ਿੰਦਗੀ ਅੰਦਰ ਬੀਜ ਲਈਏ ਤੇ ਮਾਰੇ ਕਹਿੰਦੇ ਆਗਾ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ, ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤ ਹੋ ਨਾਈ। ਪਰ ਬੀਜ ਉਸ ਤਰੀਕੇ ਨਾਲ ਬੀਜਣਾ ਪੈਣਾ ਜੋ ਸਾਨੂੰ ਸਤਿਗੁਰੂ ਜੀ ਸਮਝਾਉਂਦੇ ਆ। ਸਾਹਿਬ ਜੀ ਕਹਿੰਦੇ ਮਨੁੱਖ ਦੇ ਵਿਚਾਰੇ ਦੇ ਹੱਥ ਕੀ ਹੈ? ਇਹ ਹੁਕਮ ਤਾਂ ਪਰਮੇਸ਼ਵਰ ਦਾ ਹੈ, ਕਰਮ ਸਾਡਾ ਆਪਣਾ ਹੁੰਦਾ ਹੈ। ਕਰੇ ਕਾਜ ਸਭ ਸ੍ਰੀ ਕਰਤਾਰਾ। ਇਹ ਸਾਰੇ ਦੇ ਸਾਰੇ ਕਾਰਜ ਹੀ ਕਰਤਾਰ ਜਿਹੜਾ ਉਹ ਕਰਨ ਵਾਲਾ। ਹੁਣ ਅਸੀਂ ਮਾੜੇ ਬੀਜ ਬੈਠੇ ਹਾਂ, ਧਿਆਨ ਲਾ ਕੇ ਸਮਝਿਓ। ਅਸੀਂ ਬੁਰਾਈ ਦੀ ਦਲਦਲ ਵਿੱਚ ਮਨਮੁਖਾਂ ਦੀ ਸੰਗਤ ਕਰਕੇ ਮਾੜੇ ਬੀਜ ਬੈਠੇ ਹਾਂ। ਚਲੋ ਆਉਣ ਵਾਲੇ ਸਮੇਂ 'ਚ ਪਤਾ ਲੱਗ ਗਿਆ ਵੀ ਮੇਰੇ ਕੋਲੋਂ ਮਾੜੇ ਕਰਮ ਹੋ ਗਏ, ਮੇਰੇ ਕੋਲ ਅਵਗਣ ਨੇ ਗੁਣ ਕੋਈ ਨਹੀਂ। ਫਿਰ ਮਹਾਰਾਜ ਕਹਿੰਦੇ ਇੱਕ ਜਰੀਆ ਹੋਰ ਤੈਨੂੰ ਦਿੱਤਾ ਹੈ, ਉਹ ਹੈ ਗੁਰੂ ਵਾਲਾ। ਤੂੰ ਗੁਰੂ ਸਾਹਿਬ ਦੀ ਸ਼ਰਨ ਵਿੱਚ ਆ। ਜਦੋਂ ਗੁਰੂ ਦੀ ਸ਼ਰਨ ਵਿੱਚ ਆਏਗਾ ਤੇ ਆ ਕੇ ਜਦੋਂ ਬੇਨਤੀਆਂ ਕਰੇਗਾ ਕਿ ਮਹਾਰਾਜ ਜੀ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਏ। ਜਦੋਂ ਆ ਕੇ ਕਹੇਗਾ ਅਸੀਂ ਖੱਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ ਹਾਂ ਪਾਪੀ ਵੱਡ ਗੁਨਾਹਗਾਰ। ਤੇ ਸੱਚ ਜਾਣਿਓ ਉਸ ਮਾਲਕ ਨੇ ਗੁਰੂ ਦੇ ਰਾਹੀਂ ਸਾਡੇ ਤੇ ਕਿਰਪਾ ਵੀ ਵਰਤਾ ਦੇਣੀ। ਜਿਸ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪੰਕਤੀ ਪੜ੍ਹਦੇ ਨੇ, ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਕਰਤਾਰ ਨੇ ਲੇਖ ਲਿਖਿਆ ਨਾ ਸਾਡੇ ਕਰਮ ਵੇਖ ਕੇ, ਜਿੱਦਾਂ ਦੇ ਅਸੀਂ ਕਰਮ ਕੀਤੇ ਉਹਨੇ ਲੇਖ ਲਿਖ ਦਿੱਤਾ, ਤੇ ਜਿਹੜਾ ਲਿਖ ਦਿੱਤਾ ਉਹਨੂੰ ਮਿਟਾ ਕੋਈ ਨਹੀਂ ਸਕਦਾ। ਤੇ ਆਖਿਆ ਮਹਾਰਾਜ ਜੀ ਜੇ ਉਹਦਾ ਲੇਖ ਹੀ ਨਹੀਂ ਮਿਟਣਾ ਤੇ ਫਿਰ ਮੈਂ ਤੁਹਾਡੇ ਦਰ ਤੇ ਕੀ ਲੈਣ ਆਉਣਾ? ਅਸੀਂ ਵੀ ਕਵਾਂਗੇ ਜੇ ਲੇਖ ਹੀ ਨਹੀਂ ਮਿਟਣਾ ਤੇ ਆਪਾਂ ਗੁਰੂ ਦੁਆਰੇ ਕਾਹਦੇ ਲਈ ਆਏ ਆ, ਸੰਗਤ ਕਾਹਦੇ ਲਈ ਕਰਦੇ ਆ, ਬਾਣੀ ਦਾ ਅਭਿਆਸ ਕਾਹਦੇ ਲਈ ਹੈ? ਫਿਰ ਮਹਾਰਾਜ ਨੇ ਕਿਉਂ ਆਖਿਆ ਦਿਨ ਰਾਤ ਉਹਦਾ ਸਿਮਰਨ ਕਰੋ? ਸਾਹਿਬ ਜੀ ਕਹਿੰਦੇ ਗੁਰੂ ਦੇ ਰਾਹੀਂ ਤੇਰੇ ਤੇ ਇੱਕ ਕਿਰਪਾ ਹੋ ਜਾਏਗੀ, ਲੇਖ ਤਾਂ ਨਹੀਂ ਮਿਟੇਗਾ। ਹਾਂ, ਲੇਖ ਦੇ ਮੁਤਾਬਕ ਜਿਹੜਾ ਦੁੱਖ ਆਉਣਾ ਨਾ ਉਹ ਤੈਨੂੰ ਛੂਏਗਾ ਨਹੀਂ, ਤੇਰੇ ਕੋਲ ਆ ਕੇ ਦੁੱਖ ਮੁੜ ਜਾਏਗਾ। ਔਖੀ ਘੜੀ ਕੋਈ ਤੇਰੀ ਸੰਕਟ ਵਾਲੀ ਆਏਗੀ, ਪਰ ਆਏਗੀ ਜ਼ਰੂਰ, ਪਰ ਤੈਨੂੰ ਦੇਖਣੀ ਨਸੀਬ ਨਹੀਂ ਹੋਏਗੀ, ਕਿਉਂਕਿ ਉਹਦੇ ਵਿੱਚ ਮੇਰਾ ਸਤਿਗੁਰ ਰਖਵਾਲਾ ਹੋਵਾ। ਉਹ ਸਤਿਗੁਰੂ ਨੇ ਰਖਵਾਲਾ ਬਣ ਜਾਣਾ। ਦੋ ਸ਼ਬਦ ਤੁਹਾਨੂੰ ਕੰਠ ਵੀ ਨੇ ਤੇ ਬੜੇ ਧਿਆਨ ਨਾਲ ਸੁਣਿਓ। ਉੱਥੇ ਮਹਾਰਾਜ ਨੇ ਇਹ ਨਹੀਂ ਆਖਿਆ ਵੀ ਦੁੱਖ ਨਹੀਂ ਆਏਗਾ, ਉੱਥੇ ਮਹਾਰਾਜ ਨੇ ਆਖਿਆ ਦੁੱਖ ਤੇਰੇ ਕਰਮ ਮੁਤਾਬਕ ਤੇ ਉਹਦੇ ਲੇਖ ਦੇ ਲਿਖੇ ਮੁਤਾਬਕ ਆਏਗਾ, ਪਰ ਜੇ ਤੂੰ ਸਤਿਗੁਰੂ ਦੇ ਚਰਨਾਂ 'ਚ ਜੁੜਿਆ ਹੋਏਗਾ ਉਹ ਦੁੱਖ ਤੈਨੂੰ ਲੱਗੇਗਾ ਨਹੀਂ। ਧਿਆਨ ਲਾ ਕੇ ਸੁਣਿਓ, ਸ਼ਬਦ ਤੁਹਾਨੂੰ ਕੰਠ ਹੈ, ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਚਾਉ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ। ਇੱਥੇ ਦੁੱਖ ਲੱਗੇ ਨਾ ਭਾਈ ਦੀ ਗੱਲ ਕੀਤੀ ਹੈ, ਇਹ ਨਹੀਂ ਕਿ ਮਹਾਰਾਜ ਨੇ ਦੁੱਖ ਤੈਨੂੰ ਆਏਗਾ ਨਹੀਂ, ਦੁੱਖ ਆਏਗਾ, ਪਰ ਜੇ ਤੂੰ ਗੁਰੂ ਚਰਨਾਂ 'ਚ ਜੁੜਿਆ ਤੇ ਲੱਗੇ ਨਾ ਭਾਈ, ਉਹ ਦੁੱਖ ਤੈਨੂੰ ਲੱਗੇਗਾ ਨਹੀਂ। ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਇਆਲਾ ਜੀ ਨੂੰ ਦੁੱਖ ਨਹੀਂ ਆ ਰਿਹਾ। ਭਾਈ ਦਇਆਲਾ ਜੀ ਨੂੰ ਉਬਲਦੇ ਪਾਣੀ 'ਚ ਬਿਠਾਇਆ ਪਰ ਦੁੱਖ ਲੱਗਣ ਨਹੀਂ ਦੇ ਰਹੇ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਖਲੋਤੇ ਆ। ਬਾਣੀ ਗੁਰੂ ਹੈ, ਬਾਣੀ ਦੇ ਰੂਪ ਵਿੱਚ ਅੰਦਰ ਜਪਜੀ ਸਾਹਿਬ ਦਾ ਪਾਠ ਚੱਲ ਰਿਹਾ, ਦੁੱਖ ਆ ਤੇ ਰਿਹਾ ਪਰ ਲੱਗ ਨਹੀਂ ਰਿਹਾ। ਭਾਈ ਮਤੀ ਦਾਸ ਦੇ ਸਿਰ ਤੇ ਆਰਾ ਚੱਲਦਾ ਹੈ, ਆਰੇ ਦੇ ਦੰਦੇ ਚੀਰ ਰਹੇ ਨੇ ਸਰੀਰ ਨੂੰ, ਪਰ ਮਜਾਲ ਹੈ ਕਿ ਦੁੱਖ ਲੱਗਦਾ ਹੋਵੇ, ਕਿਉਂਕਿ ਅੰਦਰ ਬਾਣੀ ਗੁਰੂ ਹੈ ਤੇ ਬਾਹਰ ਗੁਰੂ ਤੇਗ ਬਹਾਦਰ ਸਾਹਿਬ ਨੇ। ਉਹ ਦੁੱਖ ਨਾ ਲੱਗੇ, ਦੁੱਖ ਲੱਗੇ ਨਾ ਭਾਈ। ਸਤਿਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ, ਗੁਰਦੁਆਰੇ ਕਿਉਂ ਆਉਣਾ ਹੈ? ਸੰਗਤ ਵਿੱਚ ਆ ਕੇ ਰੱਬੀ ਬਾਣੀ ਨਾਲ ਕਿਉਂ ਜੁੜਨਾ ਹੈ? ਮਹਾਰਾਜ ਕਹਿੰਦੇ ਤੇਰੇ ਕੀਤੇ ਹੋਏ ਕਰਮ ਤੇਰਾ ਦੁੱਖ ਬਣ ਕੇ ਆਉਣਗੇ, ਪਰ ਸਤਿਗੁਰੂ ਨੇ ਰਖਵਾਲਾ ਬਣ ਕੇ ਤੈਨੂੰ ਉਸ ਦੁੱਖ ਤੋਂ ਬਚਾ ਕੇ ਰੱਖਣਾ ਹੈ। ਦੁੱਖ ਲੱਗੇ ਨਾ ਭਾਈ। ਇੱਕ ਵਚਨ ਆਪਾਂ ਪੜ੍ਹਦੇ ਹਾਂ, ਔਖੀ ਘੜੀ ਨਾ ਦੇਖਣ ਦੇਈ। ਅਰਥ ਸਮਝਿਓ, ਕਹਿੰਦੇ ਨਾ ਦੇਖਣ ਦੇਈ, ਇਹਦਾ ਮਤਲਬ ਔਖੀ ਘੜੀ ਆਏਗੀ ਜ਼ਰੂਰ, ਪਰ ਜੇ ਤੂੰ ਗੁਰੂ ਸਾਹਿਬ ਦਾ ਪੱਲਾ ਪਕੜਿਆ ਹੋਏਗਾ ਤਾਂ ਧਿਆਨ ਰੱਖੀ ਉਹ ਤੈਨੂੰ ਦੇਖਣ ਨਹੀਂ ਦੇਗਾ। ਆਏਗੀ ਜ਼ਰੂਰ ਔਖੀ ਘੜੀ, ਪਰ ਦੇਖਣ ਨਹੀਂ ਦੇਗਾ। ਕਿਉਂ? ਕਿਉਂਕਿ ਉਹਦਾ ਬਿਰਦ, ਉਹਦਾ ਸੁਭਾਅ ਹੈ ਕਿ ਜਿਹੜਾ ਉਹਦੇ ਦਰ ਤੇ ਆ ਕੇ ਕਹਿੰਦਾ ਹੈ ਕਿ ਵਾਹਿਗੁਰੂ ਜੀ ਮੇਰੇ ਤੇ ਕਿਰਪਾ ਕਰ ਦਿਓ, ਅਨੰਤ ਭੁੱਲਾਂ ਮੇਰੇ ਕੋਲੋਂ ਹੋਈਆਂ ਨੇ, ਬਸ ਇੱਕ ਕਿਰਪਾ ਕਰ ਦਿਓ, ਪਿਛਲੇ ਅਵਗਣ ਬਖਸ਼ ਲਿਓ ਪ੍ਰਭ ਆਗੇ ਮਾਰਗ ਪਾਵੋ। ਫਿਰ ਉਹਦਾ ਸੁਭਾਅ ਹੈ ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ, ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਪਰ ਅਰਦਾਸ ਤਾਂ ਸਾਨੂੰ ਕਰਨੀ ਪਏਗੀ ਨਾ, ਗੁਰਦੁਆਰੇ ਤਾਂ ਆਉਣਾ ਪਏਗਾ। ਇਹ ਜ਼ਰੀਆ ਵੀ ਤੇ ਪਰਮੇਸ਼ਵਰ ਨੇ ਬਣਾਇਆ। ਅਸੀਂ ਰੋਜ਼ ਕਹਿੰਦੇ ਹਾਂ ਜਿਸ ਗੁਰੂ ਨਾਲ ਜੁੜਿਆ ਹੀ ਕਿਹਨੇ ਬਣਾਇਆ? ਗੁਰੂ। ਕਿਨੇ ਇਹ ਗੁਰੂ ਦੀ ਬਣਤਰ ਬਣਾਈਆਂ? ਰੋਜ਼ ਪੜ੍ਹਦੇ ਆ, ਆਗਿਆ ਭਈ ਅਕਾਲ ਕੀ ਤਵੇ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਗੁਰੂ ਗ੍ਰੰਥ ਜੀ ਨੂੰ ਗੁਰੂ ਤਾਂ ਮੰਨਣਾ, ਆਗਿਆ ਭਈ ਅਕਾਲ ਕੀ, ਇਹ ਅਕਾਲ ਦੀ ਆਗਿਆ ਹੈ, ਤਾਂ ਕਿ ਅਸੀਂ ਆਪਣੀਆਂ ਭੁੱਲਾਂ ਨੂੰ ਬਖਸ਼ਾ ਕੇ ਉਹਦੇ ਹੁਕਮ ਵਿੱਚ, ਉਹਦੇ ਭਾਣੇ ਵਿੱਚ ਤੁਰ ਸਕੀਏ। ਮਹਾਰਾਜ ਜੀ ਕਹਿੰਦੇ ਨੇ ਇਸ ਤਰ੍ਹਾਂ ਜਦੋਂ ਦੁੱਖ ਸੁੱਖ ਆਉਂਦਾ ਹੈ, ਇਹ ਹੈ ਤਾਂ ਪਰਮੇਸ਼ਵਰ ਦੇ ਹੁਕਮ ਵਿੱਚ ਹੀ ਹੈ, ਕਿਉਂਕਿ ਕਰਮ ਸਾਡੇ ਹੁੰਦੇ ਹਨ। ਜਿਉ ਕੇਹਰ ਤਜ ਸਾਸਤਨ ਸਾਰੇ। ਸਾਹਿਬ ਜੀ ਕਹਿੰਦੇ ਹੁਣ ਕੇਹਰ ਸ਼ੇਰ, ਹੁਣ ਕੁੱਤੇ ਨੂੰ ਸੋਟੀ ਮਾਰੀ ਤੇ ਕੁੱਤੇ ਨੇ ਮਾਰਨ ਵਾਲੇ ਨੂੰ ਨਹੀਂ ਸੋਟੀ ਨੂੰ ਪਕੜ ਲਿਆ, ਪਰ ਜਦੋਂ ਸ਼ੇਰ ਨੂੰ ਸੋਟੀ ਮਾਰੋਗੇ ਨਾ ਤੇ ਸ਼ੇਰ ਨੇ ਸੋਟੀ ਨਹੀਂ ਮਾਰਨ ਵਾਲੇ ਨੂੰ ਪਕੜਨਾ। ਉਹ ਮਰਨ ਵਾਲੇ ਦੇ ਨਾਲ ਜੁੜਦਾ ਹੈ, ਉਹ ਸੋਟੀ ਦੇ ਨਾਲ ਨਹੀਂ ਜੁੜਦਾ ਹੈ। ਤੁਰਨ ਤੱਕ ਹੈ ਜੇ ਮਾਰਨ ਹਾਰੇ। ਕਹਿੰਦੇ ਉਹ ਮਰਨ ਹਾਰੇ ਨੂੰ ਤੱਕਦਾ ਹੈ, ਉਹ ਜਿਹੜੀ ਸੋਟੀ ਹੈ ਨਾ ਉਹਦੇ ਵੱਲ ਨਹੀਂ ਤੱਕਦਾ। ਇਹ ਸ਼ੇਰ ਦ੍ਰਿਸ਼ਟੀ ਹੈ, ਉਹ ਮਰਨ ਵਾਲੇ ਨੂੰ ਤੱਕਦਾ ਹੈ। ਤਯੋ ਗੁਰਮੁਖ ਪਰਮੇਸ਼ਰ ਦਿਸਤੇ। ਜਿਹੜਾ ਗੁਰਮੁਖ ਹੁੰਦਾ ਨਾ ਗੁਰੂ ਵਾਲਾ, ਉਹ ਫਿਰ ਕਹਿੰਦੇ ਨੇ ਆ ਬੰਦੇ ਨਹੀਂ ਵੇਖਦਾ, ਉਹ ਪਰਮੇਸ਼ਵਰ ਨੂੰ ਵੇਖਦਾ ਹੈ ਕਿ ਮਾਲਕ ਜੀ ਇਹ ਦੁੱਖ ਸੁੱਖ ਦੀ ਜਿਹੜੀ ਮਾਰ, ਮੈਨੂੰ ਭੁੱਖ ਦੀ ਦੁੱਖ ਦੀ ਮਾਰ ਪੈਂਦੀ ਹੈ, ਇਹ ਤੁਹਾਡੇ ਹੁਕਮ ਦੇ ਵਿੱਚ ਹੈ, ਕਿਉਂਕਿ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਣਾ। ਇਹ ਉਹਦੇ ਹੁਕਮ ਦੇ ਵਿੱਚ ਹੀ ਦੁੱਖ ਸੁੱਖ ਪ੍ਰਾਪਤ ਹੁੰਦੇ ਹਨ। ਲਖੇ ਸੋ ਦੁੱਖ ਸੁੱਖ ਅਪਰ ਨਾ ਕਿਸਤੇ। ਉਹ ਕਿਸੇ ਹੋਰ ਤੇ ਨਹੀਂ ਕਹਿੰਦਾ ਵੀ ਆ ਬੰਦੇ ਨੇ ਸੁੱਖ ਦਿੱਤਾ, ਆ ਬੰਦੇ ਨੇ ਦੁੱਖ ਦਿੱਤਾ, ਨਹੀਂ, ਉਹ ਇਸ ਮਨੁੱਖ ਨੂੰ ਨਹੀਂ, ਉਹ ਕਰਤੇ ਨੂੰ ਜਾਣਦਾ ਹੈ। ਦੇਨਹਾਰ ਏਕੋ ਕਰਤਾਰਾ। ਕਿਉਂਕਿ ਦੇਨਹਾਰ ਦਾਤਾਰ ਇੱਕੋ ਹੀ ਹੈ ਦੁਨੀਆ ਦੇ ਵਿੱਚ, ਜਿਹੜਾ ਸਾਨੂੰ ਸੁੱਖ ਦੁੱਖ ਦੀਆਂ ਦਾਤਾਂ ਦੇਣ ਵਾਲਾ ਉਹ ਇੱਕੋ ਹੀ ਦਾਤਾ ਹੈ। ਇਉ ਤੁਮ ਲਖੋ ਹੋਏ ਨਿਸਤਾਰਾ। ਜਦੋਂ ਤੁਸੀਂ ਆਪਣੀ ਦ੍ਰਿਸ਼ਟੀ ਇਸ ਤਰ੍ਹਾਂ ਦੀ ਬਣਾਓਗੇ ਕਿ ਮਾਲਕ ਜੀ ਭਾਵੇਂ ਦੁੱਖ ਦੇ ਤੇ ਭਾਵੇਂ ਸੁੱਖ ਦੇ, ਅਸੀਂ ਤੇਰੇ ਚਰਨਾਂ ਦੇ ਵਿੱਚੋਂ ਦੀ, ਅਸੀਂ ਕਿਸੇ ਹੋਰ ਦੇ ਦਰ ਤੇ ਨਹੀਂ ਜਾਣਾ। ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਭੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ ਦੁੱਖ ਵਿੱਚ ਸੁਖ ਮਨਾਈ। ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਵਣਾ, ਜੈ ਜੈ ਰੱਖੇ ਆਪ ਤੈਂ ਜਾਹੇ ਖੜੋਵਣਾ। ਜੇ ਦੁੱਖ ਆ ਗਿਆ ਤਾਂ ਵੀ ਉਲਾਂਭਾ ਨਹੀਂ, ਜੇ ਸੁੱਖ ਆ ਗਿਆ ਤਾਂ ਵੀ ਉਲਾਂਭਾ ਰੋਸ ਨਹੀਂ, ਕਿਉਂਕਿ ਮੇਰੇ ਆਪਣੇ ਕੀਤੇ ਕਰਮ ਦੇ ਅਨੁਸਾਰ ਮਾਲਕ ਦਾ ਹੁਕਮ ਹੈ। ਸਭ ਕਹਿੰਦੇ ਇਸ ਤਰ੍ਹਾਂ ਆਪਣਾ ਜੀਵਨ ਜਦੋਂ ਜੀਓਗੇ ਨਾ, ਇਉਂ ਤੁਮ ਲਖੋ ਹੋਏ ਨਿਸਤਾਰਾ, ਤਾਂ ਤੁਹਾਡਾ ਨਿਸਤਾਰਾ ਇਸ ਸੰਸਾਰ ਤੋਂ, ਜਨਮ ਮਰਨ ਆਵਾਗਮਨ ਤੋਂ ਹੋਵੇਗਾ। ਮਨ ਰੋਕਨ ਕੀਜੈ ਅਭਿਆਸਾ। ਇਸ ਲਈ ਮਨ ਨੂੰ ਰੋਕ ਲਓ। ਮਨ ਵਿੱਚ ਜਿਹੜੀਆਂ ਵਾਸ਼ਨਾਵਾਂ ਨੇ ਇਹੀ ਕਰਮ ਕਰਾਉਂਦੀਆਂ ਨੇ, ਸਰੀਰ ਕਰਮ ਨਹੀਂ ਕਰਦਾ।
ਮਨ ਰਾਹੀਂ ਕਰਮ ਹੁੰਦਾ ਹੈ। ਮਨ ਵਿੱਚ ਜਿੱਦਾਂ ਦੀਆਂ ਵਾਸ਼ਨਾਵਾਂ ਹੋਣਗੀਆਂ, ਕਰਮ ਵੀ ਉਸੇ ਤਰ੍ਹਾਂ ਦਾ ਹੋਏਗਾ। ਇਸ ਲਈ ਆਪਣੇ ਮਨ ਵਿੱਚੋਂ ਵਾਸ਼ਨਾਵਾਂ ਨੂੰ ਰੋਕਣਾ ਹੈ। ਵਿਸੈ ਬਾਸਨਾ ਹੋਏ ਸਭ ਨਾਸਾ। ਜਦੋਂ ਇਹ ਹੁਣ ਕਿਵੇਂ ਬੁਰਾਈ ਵਾਲੀਆਂ ਵਾਸ਼ਨਾ, ਗੰਦਗੀ ਵਾਲੀਆਂ ਵਾਸ਼ਨਾਵਾਂ, ਇਹ ਕਿਵੇਂ ਅੰਦਰੋਂ ਖਤਮ ਹੋਣਗੀਆਂ? ਜਦੋਂ ਅਸੀਂ ਬੰਦਗੀ ਕਰਾਂਗੇ, ਜਦੋਂ ਸਾਡਾ ਧਿਆਨ ਦਿਨ ਰਾਤ ਪਰਮੇਸ਼ਵਰ ਵੱਲ ਹੋਏਗਾ, ਫਿਰ ਮਾੜੇ ਪਾਸੇ ਧਿਆਨ ਜਾਏਗਾ ਹੀ ਨਹੀਂ। ਫਿਰ ਜਦੋਂ ਮਾੜੇ ਪਾਸੇ ਧਿਆਨ ਨਹੀਂ ਜਾਏਗਾ ਤੇ ਮਾੜੀਆਂ ਵਾਸ਼ਨਾਵਾਂ ਨਹੀਂ ਅੰਦਰ ਆਉਣਗੀਆਂ। ਮਨ ਨੂੰ ਕਾਬੂ ਕਰਨਾ ਹੈ, ਉਹਦੇ ਵਾਸਤੇ ਮਹਾਰਾਜ ਜੀ ਕਹਿੰਦੇ ਸਿਮਰਨ ਕਰਿਆ ਕਰੋ। ਕਿਤਕ ਦਿਵਸ ਰਹਿ ਕਰਤੇ ਥਾਨਾ। ਇਸ ਥਾਂ ਤੇ ਮਹਾਰਾਜ ਜੀ ਨੇ ਕਈ ਦਿਨ ਰਹਿ ਕੇ ਕਿਵੇਂ ਮਨ ਨੂੰ ਕਾਬੂ ਕਰਨਾ, ਇੰਦਰੀਆਂ ਨੂੰ ਕਾਬੂ ਕਰਨਾ ਹੈ, ਕਿਵੇਂ ਉਹਦੇ ਨਾਮ ਦਾ ਸਿਮਰਨ ਕਰਕੇ ਉਹਦੇ ਹੁਕਮ ਵਿੱਚ, ਉਹਦੇ ਬਾਣੀ ਵਿੱਚ ਰਹਿਣਾ। ਸਭ ਨੇ ਕਿੰਨੇ ਦਿਨ ਰਹਿ ਕੇ ਅਭਿਆਸ ਕਰਵਾਇਆ। 300 ਉਪਦੇਸ਼ ਬਖਾਨਾ। ਇਸ ਤਰ੍ਹਾਂ ਮਹਾਰਾਜ ਜੀ ਨੇ ਇਸ ਇਲਾਕੇ ਵਿੱਚ ਆ ਕੇ ਇਹਨਾਂ ਨੂੰ ਉਪਦੇਸ਼ ਦਿੱਤਾ। ਵਿਦਾ ਹੋਏ ਕੀ ਨੋ ਪੁਨ ਗਮਨੰ। ਇਸ ਤੋਂ ਫਿਰ ਗੁਰੂ ਸਾਹਿਬ ਜੀ ਅੱਗੇ ਨੂੰ ਚਾਲੇ ਪਾਉਂਦੇ ਆ। ਅਗਲੇ ਕਿਹੜੇ ਇਲਾਕੇ ਵਿੱਚ ਜਾ ਕੇ ਕਿਹੜੀਆਂ ਬਖਸ਼ਿਸ਼ਾਂ ਵਰਤਾਉਣੀਆਂ, ਉਹ ਆਪਾਂ ਅਗਲੇਰੇ ਪ੍ਰਸੰਗ ਵਿੱਚ ਸਰਵਣ ਕਰਾਂਗੇ। ਅੱਜ ਦੀ ਵਿਚਾਰ ਜੇ ਸਮਝ ਵਿੱਚ ਆਈ ਤੇ ਅਰਦਾਸ ਕਰੋ, ਗੁਰੂ ਪਾਤਸ਼ਾਹ ਤੁਹਾਡੇ ਦਰ ਤੇ ਆਏ ਆ, ਆਪਣੇ ਦਰ ਦੇ ਗੋਲੇ ਸਾਨੂੰ ਬਣਾ ਲਓ, ਤਾਂ ਕਿ ਅਸੀਂ ਗੁਰਬਾਣੀ ਦਾ ਆਸਰਾ ਲੈ ਕੇ ਆਪਣੇ ਮਨ ਵਿੱਚੋਂ ਬੁਰਾਈਆਂ ਦੀਆਂ ਵਾਸ਼ਨਾਵਾਂ ਨੂੰ ਖਤਮ ਕਰਕੇ ਨਿਰੰਕਾਰ ਨਾਲ ਆਪਣੀ ਸੁਰਤ ਨੂੰ ਜੋੜ ਕੇ ਆਪਣੀ ਇਸ ਜੀਵਨ ਯਾਤਰਾ ਨੂੰ ਸਫਲ ਕਰ ਸਕੀਏ। ਸਾਡੇ ਤੇ ਇੱਕ ਮਿਹਰ ਕਰ ਦਿਓ। ਨਾਨਕ ਘਰ ਕੇ ਗੋਲੇ, 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 ਨਾਨਕ ਘਰ ਕੇ ਗੋਲੇ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ। ਤੁਮ ਹੀ ਸੱਜਣ ਸੁਹੇਲੇ, ਤੁਮ ਹੀ ਸੱਜਣ ਸੁਹੇਲੇ, ਤੁਮ ਹੀ ਸਜਨ ਸੁਹੇਲੇ, ਤੁਮ ਹੀ ਸਜਨ ਸੁਹੇਲੇ। ਰਾਖੋ ਰਾਖਣ ਹਾਰ ਦਇਆਲਾ, ਰਾਖੋ ਰਾਖਣ ਹਾਰ ਦਇਆਲਾ, ਰੱਖੋ ਰੱਖਨ ਹਾਰ ਦਇਆਲਾ, ਰੱਖੋ ਰੱਖਨ ਹਾਰ ਦਇਆਲਾ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ। ਆਪ ਵੀ ਗੁਰੂ ਵਾਲੇ ਬਣੀਏ, ਗੁਰਬਾਣੀ ਦਾ ਅਭਿਆਸ ਕਰੀਏ, ਰੱਬੀ ਬਾਣੀ ਦੇ ਨਾਲ ਜੁੜ ਜਾਈਏ, ਤਾਂ ਕਿ ਸਵਾਸ ਸਵਾਸ ਨਾਮ ਦਾ ਅਭਿਆਸ ਕਰਦਿਆਂ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਗੁਰੂ ਸਾਹਿਬ ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।